ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨ ਜਥੇਬੰਦੀਆਂ ਮੰਥਨ ਕਰ ਰਹੀਆਂ ਨੇ ਲਗਾਤਾਰ। ਹਾਲਾਂਕਿ ਪ੍ਰਪੋਜ਼ਲ ਆਈ ਸੀਗੀ, ਉਸ ਨੂੰ ਜ਼ਰੂਰ ਰੱਦ ਕੀਤਾ ਗਿਆ। ਅਗਲਾ ਪ੍ਰੋਗਰਾਮ ਵੀ ਤੈਅ ਕੀਤਾ ਗਿਆ ਸੀ। ਇਸ ਵੇਲੇ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਰਾਜੇਵਾਲ ਸਾਹਿਬ, ਜਿਸ ਢੰਗ ਦੇ ਨਾਲ ਪ੍ਰਪੋਜ਼ਲ ਆਈ ਉਸ ਨੂੰ ਰੱਦ ਕੀਤਾ ਗਿਆ, ਇੱਕ ਨਵਾਂ ਪ੍ਰੋਗਰਾਮ ਦਿੱਤਾ ਗਿਆ, ਹੁਣ ਅੱਗੇ ਕੀ ਹੈਗਾ? ਅੱਗੇ ਜਿਹੜਾ ਪ੍ਰੋਗਰਾਮ ਦਿੱਤਾ ਉਹਨੂੰ ਲਾਗੂ ਕਰਾਂਗੇ ਜੀ। ਬਾਕੀ ਚਰਚਾ ਆਪਸ ਵਿੱਚ ਹੀ ਚਰਚਾ ਜਾਰੀ ਰਹੇਗੀ। ਕੋਈ ਇਨਵੀਟੇਸ਼ਨ ਦੁਆਰਾ ਮੀਟਿੰਗ ਦਾ ਆਇਆ ਸਰਕਾਰ ਦੇ ਵੱਲੋਂ? ਨਹੀਂ, ਹਾਲੇ ਕੋਈ ਇਨਵੀਟੇਸ਼ਨ ਨਹੀਂ। ਕਿਉਂਕਿ ਗੱਲ ਚੱਲ ਰਹੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਕਿ ਉਧਰੋਂ ਜ਼ਰੂਰ ਮੈਸੇਜ ਆ ਰਹੇ ਨੇ। ਹਾਲੇ ਤੇ ਕੋਈ ਨਹੀਂ, ਮੇਰੇ ਕੋਲ ਤਾਂ ਕੋਈ ਮੈਸੇਜ ਨਹੀਂ ਆਇਆ। ਠੀਕ ਹੈ, ਜੇ ਸਰਕਾਰ ਮੈਸੇਜ ਦਿੰਦੀ ਹੈ, ਇਨਵੀਟੇਸ਼ਨ ਦਿੰਦੀ ਹੈ ਮੀਟਿੰਗ ਦੇ ਲਈ? ਦੇਖੋ ਜੀ, ਮੀਟਿੰਗ ਲਈ ਜੇ ਉਹਦੇ ਵਿੱਚ ਕੁਝ ਨਿਕਲਦਾ ਫਿਰ ਤਾਂ ਜਾਵਾਂਗੇ, ਤੇ ਜੇ ਉਹਨਾਂ ਨੇ ਇਦਾਂ ਹੀ ਦੁਬਾਰਾ ਬਹਿਸ ਕਰੋ, ਤੀਜੀ ਵਾਰੀ ਬਹਿਸ ਕਰੋ, ਚੌਥੀ ਵਾਰੀ ਬਹਿਸ ਕਰੋ, ਫਿਰ ਨਹੀਂ। ਜਿਹੜਾ ਕੱਲ ਇੱਕ ਫਾਈਲ ਪ੍ਰਪੋਜ਼ਲ ਦੀ ਭੇਜੀ ਹੈ, ਉਹਦੇ ਪੁਆਇੰਟ ਤੁਹਾਨੂੰ ਲੱਗਦਾ ਕਿ ਸਹੀ ਨੇ? ਕੁਝ ਪੁਆਇੰਟ ਸਹੀ ਨੇ? ਨਹੀਂ, ਸਾਰਾ ਕੁਝ ਪਹਿਲਾਂ ਹੀ ਇਹ ਹੋ ਚੁੱਕਾ ਡਿਸਕਸ। ਪੁਆਇੰਟਸ ਦੀ ਗੱਲ ਨਹੀਂ, ਗੱਲ ਇਹ ਵੀ ਅੱਜ ਅਮੈਂਡਮੈਂਟ ਕਰਕੇ 2 ਸਾਲ ਬਾਅਦ ਫਿਰ ਅਮੈਂਡਮੈਂਟ ਕਰ ਦੇਣਗੇ। ਰਿਪੀਲ ਕਿਉਂ ਨਹੀਂ ਕਰਦੇ? ਜੇ ਉਹ ਸਮਝਦੇ ਆ, ਵਾਕਈ ਉਹ ਮੰਨਦੇ ਆ ਵੀ ਕਾਨੂੰਨ ਗਲਤ ਬਣ ਗਏ, ਇਹ ਅਨਕਨਸਟੀਟਿਊਸ਼ਨਲ ਨੇ, ਵਾਈ ਡੋਂਟ ਦੇ ਰਿਪੀਲ? ਕਿੰਨੀਆਂ ਕੁ ਹੋਰ ਅਮੈਂਡਮੈਂਟਸ ਹੋਰ ਲੱਗਦਾ ਕਿ ਹੋ ਸਕਦੀਆਂ? ਨਹੀਂ, ਅਮੈਂਡਮੈਂਟਸ ਦਾ ਤਾਂ ਸਵਾਲ ਹੀ ਨਹੀਂ, ਅਮੈਂਡਮੈਂਟਸ ਦੀ ਕੋਈ ਗੱਲ ਨਹੀਂ, ਹੁਣ ਤਾਂ ਰਿਪੀਲ ਕਰਨ ਦੀ ਗੱਲ ਹੈ। ਜਿਹੜਾ ਸੱਦਾ ਦਿੱਤਾ ਗਿਆ ਹੈ ਕਿ ਦਿੱਲੀ ਜੈਪੁਰ ਹਾਈਵੇ ਜਾਮ ਕਰਾਂਗੇ, ਉਹ ਕਿਹੜੀ ਜਥੇਬੰਦੀ ਕਰੀਏ? ਇੱਥੋਂ ਜਾਓਗੇ, ਹੋਰ ਪਾਸੇ ਆਉਣਗੇ, ਕੌਣ ਆਊਗਾ? ਨਹੀਂ, ਉਹ ਰਾਜਸਥਾਨ ਵਾਲੇ ਆ ਰਹੇ ਨੇ, ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਕਰ ਰਹੇ। ਰਾਜਸਥਾਨ ਵਾਲੇ ਬੰਦ ਕਰ? ਹਾਂ, ਕਿਉਂਕਿ ਹੁਣ ਤੱਕ ਉੱਥੇ ਇਲੈਕਸ਼ਨ ਸੀ, ਇਲੈਕਸ਼ਨ ਦਾ ਰਿਜ਼ਲਟਸ ਵਗੈਰਾ ਆ ਗਏ। ਹੁਣ ਉਹ ਬੜੀ ਲੱਗਦਾ ਕਿ ਵੱਡੀ ਗਿਣਤੀ ਚਾਹੀਦੀ ਹੈ ਕਿਉਂਕਿ ਉਹ ਵੱਡਾ ਹਾਈਵੇ ਹੈ। ਵੱਡੀ ਗਿਣਤੀ ਚ ਆਉਣਗੇ, ਸਾਰੇ ਕਰ ਲੈਣਗੇ, ਕੋਈ ਪ੍ਰੋਬਲਮ ਨਹੀਂ। ਕੱਲ ਡਿਊਟੀਆਂ ਲਾਤੀਆਂ, ਸਭ ਨੇ ਉਹ ਆਪਣੀ ਜ਼ਿੰਮੇਵਾਰੀ ਲੈ ਲਈ, ਹੋ ਜਾਏਗਾ 2-3 ਦਿਨਾਂ ਦੇ ਵਿੱਚ ਉਹ ਵੀ ਬੰਦ। ਅੱਜ ਦੀ ਜਿਹੜੀ ਮੀਟਿੰਗ ਹੋ ਰਹੀ ਹੈ, ਕੀ ਖਾਸ ਏਜੰਡਾ ਤੁਹਾਡਾ ਆਪਣੀ ਮੀਟਿੰਗ ਦਾ? ਏਜੰਡਾ ਅੰਦੋਲਨ ਹੀ ਹੈ ਸਾਡਾ ਏਜੰਡਾ। ਹਰ ਰੋਜ਼ ਇਹਦੇ ਤੇ ਡਿਬੇਟ ਹੁੰਦੀ ਹੈ, ਅਸੀਂ ਸਾਰੇ ਆਪੋ ਆਪਣੀ ਬੈਠ ਕੇ। ਇੱਕ ਗੱਲ ਦੱਸਾਂ ਤੁਹਾਨੂੰ ਪੱਕੀ, ਅਸੀਂ 40 ਜਦੋਂ ਬਹਿਨੇ ਆ ਨਾ, ਪੂਰੀ ਬਾਲ ਦੀ ਖੱਲ ਲਾਉਨੇ ਆ, ਐਵੇਂ ਨਹੀਂ ਇਹ ਅੰਦੋਲਨ ਚੱਲ ਰਿਹਾ। ਔਰ ਉਹਦੇ ਚ ਜੋ ਨਤੀਜਾ ਨਿਕਲਦਾ, ਫਿਰ ਸਾਰੇ ਇੱਕ ਸੁਰ ਹੋ ਕੇ ਉਹਨੂੰ ਪੈ ਨਿਕਲਦੇ ਆ ਸਰਕਾਰ ਦੀ। ਆਈ ਤੇ ਫਿਰ ਸਟੇਜ ਤੋਂ ਵਾਰ-ਵਾਰ ਤੁਹਾਡੀ ਸਪੀਚਸ ਆ ਰਹੀਆਂ ਨੇ ਲੋਕਾਂ ਤੱਕ, ਤੁਸੀਂ ਬਹੁਤ ਅਪੀਲ ਵੀ ਕੀਤੀ, ਹੱਥ ਵੀ ਜੋੜ ਕੇ ਬੇਨਤੀਆਂ ਵੀ ਕਰ ਰਹੇ ਹੋ ਬਹੁਤ। ਕਿਉਂ ਲੱਗਦਾ ਤੁਹਾਨੂੰ ਕਿ ਇਹ ਬਹੁਤ ਜ਼ਰੂਰੀ ਹੈ ਜਿਹੜੀ ਤੁਸੀਂ ਅਪੀਲ ਕਰ ਰਹੇ ਹੋ? ਅਸਲ 'ਚ ਗੱਲ ਇਹ ਹੈ ਵੀ ਇਸ ਵੇਲੇ ਨਾ ਭਾਰਤ ਸਰਕਾਰ, ਉਹਦੀਆਂ ਏਜੰਸੀਜ਼, ਉਹਦਾ IT ਸੈੱਲ ਬਹੁਤ ਜ਼ਿਆਦਾ ਐਕਟਿਵ ਹੋ ਗਿਆ। ਉਹ IT ਸੈੱਲ ਨੂੰ ਕਰੋੜਾਂ ਰੁਪਈਆ ਸਰਕਾਰ ਖਰਚਦੀ ਹੈ। ਉਹਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਲੀਡਰਸ਼ਿਪ ਨੂੰ ਬਦਨਾਮ ਕੀਤਾ ਜਾ ਸਕਦਾ, ਕਿਸੇ ਤਰ੍ਹਾਂ ਲੋਕਾਂ 'ਚ ਭੁਲੇਖੇ ਪੈਦਾ ਕੀਤੇ ਜਾ ਸਕਦੇ ਨੇ, ਕਿਸੇ ਤਰ੍ਹਾਂ ਇਹਨਾਂ ਦੇ ਵਿੱਚ ਵੜ ਕੇ ਕੋਈ ਪਾੜ ਲਾਇਆ ਜਾ ਸਕਦਾ। ਉਹ ਤੋਂ ਭਾਵੇਂ ਅਸੀਂ ਲੀਡਰਸ਼ਿਪ ਸਾਰੀ ਚੌਕਸ ਹੈ, ਲੋਕਾਂ ਨੂੰ ਚੌਕਸ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਸੀ, ਉਹ ਮੈਂ ਦੱਸਿਆ। ਰਾਤ ਅਨਾਉਂਸਮੈਂਟ ਹੋ ਗਈ ਕਿ ਕੋਈ ਹਲਚਲ ਹੋ ਸਕਦੀ ਹੈ, ਇਸ ਤਰ੍ਹਾਂ ਇੱਕ ਮੰਚ ਤੋਂ ਵੀ ਹੋਗੀ ਰਾਤ ਨੂੰ, ਤੇ ਮੈਂ ਦੇਖਿਆ ਟਰਾਲੀਆਂ ਤੋਂ ਵੀ ਹੋਈ ਹੈ ਕਿ ਚੌਕਸ ਰਹੋ, ਕੋਈ ਅੱਜ ਗੜਬੜ ਹੋ ਸਕਦੀ ਹੈ। ਇਸ ਢੰਗ ਦੀ ਸਟੇਟਮੈਂਟ, ਇਸ ਢੰਗ ਦੀ ਜੇ ਮੰਚ ਤੋਂ ਇਹ ਅਪੀਲ ਆਉਂਦੀ ਹੈ, ਅਨਾਉਂਸਮੈਂਟ ਹੁੰਦੀ ਹੈ, ਕਿ ਉਹ ਸਹੀ ਸੀਗਾ, ਗਲਤ ਸੀਗਾ? ਅਸਲ 'ਚ ਸਾਡੀ ਜਿਹੜੀ ਸਟੇਟ ਆ ਆਫੀਸ਼ੀਅਲੀ, ਉਹ 11 ਤੋਂ 5 ਵਜੇ ਤੱਕ ਚੱਲਦੀ ਹੈ। ਉਹਦੇ ਬਾਅਦ ਕਈ ਲੋਕ ਉੱਦਾਂ ਆ ਜਾਂਦੇ ਨੇ, ਉਹ ਆ ਕੇ ਮਾਈਕ ਹੈਗਾ ਚੱਕ ਕੇ ਬੋਲ ਦਿੰਦੇ ਨੇ, ਤੇ ਅਸੀਂ ਉਹ ਸਾਡੇ ਨੋਟਿਸ 'ਚ ਆ ਗਿਆ, ਅੱਜ ਉਹ ਵੀ ਬੰਦ ਕਰ ਦਾਂਗੇ। ਜਿਹੜੀ ਇਸ ਤਰ੍ਹਾਂ ਅਪੀਲ ਕਰਨੀ, ਲੋਕਾਂ 'ਚ ਪੈਨਿਕ ਹੁੰਦਾ ਨਾ, ਇਹ ਅਸੀਂ ਨਹੀਂ ਇਹਨੂੰ ਟੋਲਰੇਟ ਕਰਦੇ, ਅੱਜ ਇਹ ਵੀ ਬੰਦ ਕਰ ਦਾਂਗੇ ਅਸੀਂ। ਠੀਕ ਹੈ। ਜਿਸ ਢੰਗ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੈ, ਉਹ ਤੁਹਾਡੇ ਨਾਲ ਹੈ, ਤਾਲਮੇਲ 'ਚ ਹੈ? ਕਿਉਂਕਿ ਉਸ ਦਿਨ ਉਹਨਾਂ ਨੇ ਥੋੜਾ ਜਿਹਾ ਰੋਸਾ ਜ਼ਾਹਿਰ ਕੀਤਾ, ਜੋਗਿੰਦਰ ਸਿੰਘ ਉਗਰਾਹਾਂ ਨੇ, ਕਹਿੰਦੇ ਸਾਨੂੰ ਦੱਸਿਆ ਨਹੀਂ, ਜਿਹੜੇ 13 ਬੰਦੇ ਗਏ ਸਾਨੂੰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਨਹੀਂ ਜਾਣਾ ਚਾਹੀਦਾ ਸੀ। ਇਹ ਉਹਨਾਂ ਦੀ ਗਲਤੀ ਹੈ ਇਹ, ਅਸਲ 'ਚ ਜੇ ਸਹੀ ਪੁੱਛੋ, ਕਿਉਂਕਿ ਉਹਨਾਂ ਨੂੰ ਹਮੇਸ਼ਾ ਅੱਜ ਤੱਕ ਜਿੰਨੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਉਹਨਾਂ ਨੂੰ ਅਲੱਗ ਸੁਨੇਹਾ ਹੁੰਦਾ, ਸਾਨੂੰ ਅਲੱਗ ਆਉਂਦਾ। ਉਹ ਸਾਨੂੰ ਇੱਥੇ ਕਹਿੰਦੇ ਵੀ ਦੇਖੋ ਜੀ, ਅਸੀਂ ਤੁਹਾਡੇ ਨਾਲ ਹਾਂ, ਫੈਸਲਾ ਜਿਹੜਾ ਕਰੋਗੇ ਤੁਹਾਡੇ ਨਾਲ ਚੱਲਾਂਗੇ, ਪਰ ਅਸੀਂ ਲਾਗੂ ਕਰਨਾ ਤਾਂ ਸਾਡੀ ਆਪਣੀ ਮਰਜ਼ੀ ਹੋ। ਤੋ ਇਸੇ ਕਰਕੇ ਉਹ ਇੱਕ ਅਲੱਗ ਐਂਟੀਟੀ ਰੱਖ ਕੇ ਉਹ ਚੱਲ ਰਹੇ ਨੇ। ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਨੂੰ ਸੱਦਾ ਨਹੀਂ, ਸਾਨੂੰ ਤਾਂ ਸੱਦਾ ਆਇਆ ਸੀ। 40 ਇਕੱਠੇ ਬੈਠੇ, ਅਸੀਂ ਇਕੱਠੇ ਬਹਿ ਕੇ ਇੱਕ 13 ਮੈਂਬਰੀ ਕਮੇਟੀ ਬਣਾ ਲਈ, ਉਹ ਚਲੀ ਗਈ। ਇੱਥੇ ਇੱਦਾਂ ਕੀ ਹੈ, ਮੀਡੀਆ ਵਾਲਿਆਂ ਨੇ ਇੱਕ ਸਰਕਾਰ ਦੀ ਮਰਜ਼ੀ, ਉਹਨਾਂ ਨੇ ਸ਼ੋਰ ਮਚਾਤੇ ਤੇ 13 ਹੀ ਗਏ ਨੇ, ਖਬਰ ਨਹੀਂ ਫੁੱਟ ਪੈ ਗਈ। ਇਦਾਂ ਕੰਮ ਕਰਦੀ ਹੁੰਦੀ ਹੈ ਸਰਕਾਰ। ਕਿਹਾ ਤਾਂ ਸੀ ਇਹਨਾਂ ਨੇ 5 ਲਿਆਓ, 10 ਲਿਆਓ, ਘੱਟ ਲਿਆਓ, ਇਹ ਤਾਂ ਕਿਹਾ ਸੀ। ਨਹੀਂ, ਉਹ ਕਿਹਾ ਸੀ, ਪਰ ਇਹਦਾ ਅਸੀਂ ਫੈਸਲਾ ਕਰਕੇ ਗਏ ਆ, ਮੀਡੀਆ ਨੂੰ ਦੱਸ ਕੇ ਗਏ ਆ। ਇਹਦਾ ਮਤਲਬ ਇਹ ਥੋੜ੍ਹਾ ਹੈਗਾ ਵੀ ਇੱਥੇ ਕੋਈ ਫੁੱਟ ਪੈ ਗਈ। ਜਿਹੜੇ 40 ਨੇ ਚੁਣੇ, ਉਹ ਬੰਦੇ ਗਏ, ਤੇ ਕੋਈ ਆਪਣੇ ਆਪ ਤਾਂ ਕੋਈ ਗਿਆ ਨਹੀਂ। ਔਰ ਇਸੇ ਤਰ੍ਹਾਂ ਜਦੋਂ ਉੱਥੇ ਗਏ, ਉੱਥੇ ਉਗਰਾਹਾਂ ਹੋਣੀ ਹੈ ਨਹੀਂ ਸੀ।
ਤੁਸੀਂ ਪੁਆਇੰਟ ਕੀਤਾ ਪੁਆਇੰਟ ਆਊਟ ਇਹ ਕਿ ਉਗਰਾਹਾਂ ਨੂੰ ਬੁਲਾਇਆ ਗਿਆ ਜਾਂ ਨਹੀਂ ਬੁਲਾਇਆ? ਨਹੀਂ, ਇਹ ਸਾਡੇ ਬਣਦਾ ਨਹੀਂ ਸੀ, ਕਿਉਂਕਿ ਹਮੇਸ਼ਾ ਉਹਨਾਂ ਨੂੰ ਅਲੱਗ ਜਾਂਦੀ ਹੈ ਇਨਵੀਟੇਸ਼ਨ, ਸਾਡੇ ਕਰਕੇ ਨਹੀਂ ਜਾਂਦੀ, ਉਹਨਾਂ ਨੂੰ ਅਲੱਗ ਜਾਂਦੀ ਹੈ। ਹਾਂ, ਇਹ ਠੀਕ ਹੈ ਵੀ ਜਦ ਅਸੀਂ ਉੱਥੇ ਇਕੱਠੇ ਹੁੰਦੇ ਉਹ ਵੀ ਵਿੱਚ ਹੁੰਦੇ ਨੇ, ਜੋ ਅਸੀਂ ਕਹਿੰਦੇ ਉਹ ਫਿਰ ਬੋਲਦੇ ਨਹੀਂ, ਉਹਦੇ ਉੱਤੇ ਹੀ ਫੁੱਲ ਚੜਾਉਂਦੇ ਨੇ। ਸਰਕਾਰ ਤੇ ਦਬਾਅ ਕਿੰਨਾ ਹੈ ਇਸ ਵੇਲੇ? ਹੈ ਪੂਰੇ ਦਬਾਅ ਹੇਠ ਹੈ ਸਰਕਾਰ। ਦੇਖੋ, ਸਰਕਾਰਾਂ ਦੀ ਇੱਕ ਖੂਬੀ ਹੁੰਦੀ ਹੈ, ਜਿਹੜੇ ਸਰਕਾਰ ਚਲਾਉਣ ਵਾਲੇ ਲੋਕ ਨੇ ਉਹਨਾਂ ਨੇ ਚਿਹਰੇ ਤੇ ਨਹੀਂ ਦਬਾਅ ਲਿਆਉਣਾ ਹੁੰਦਾ, ਅੰਦਰੋਂ ਭਾਵੇਂ ਹਿੱਲੇ ਪਏ ਹੋਣ, ਚਿਹਰੇ ਤੋਂ ਪੋਜ਼ ਕਰਨਾ ਹੁੰਦਾ ਵੀ ਅਸੀਂ ਬੜੇ ਸਟਰੋਂਗ ਆ। ਪਰ ਇਸ ਵਾਰੀ ਤਾਂ ਜਿਹੜਾ ਹੋਮ ਮਿਨਿਸਟਰ ਵੀ ਉਹ ਵੀ ਹਿੱਲਿਆ ਹੋਇਆ ਸੀ। ਲੱਗਦਾ ਕਿ ਬਹੁਤ ਛੇਤੀ ਜਾਂ ਹਜੇ ਹੋਰ ਬਹੁਤ ਲੰਬਾ ਸੰਘਰਸ਼ ਚੱਲ ਸਕਦਾ? ਹਾਂ, ਕੁਝ ਵੀ ਕਹਿ ਸਕਦੇ ਹੋ। ਇਹ ਕੋਈ ਅੰਦੋਲਨ ਜਿਹੜਾ ਇੱਕ ਧਿਰ ਦੇ ਹੱਥ 'ਚ ਨਹੀਂ ਹੁੰਦਾ, ਦੋਨੋਂ ਧਿਰਾਂ ਦੇ ਹੱਥ 'ਚ ਹੁੰਦਾ। ਜਿਹੜੇ ਲੜ ਰਹੇ ਨੇ, ਜਿਨ੍ਹਾਂ ਨੇ ਮੰਗਾਂ ਮੰਨਣੀਆਂ, ਉਹਨਾਂ ਦੇ ਵੀ ਬਸ ਹੈ ਕਿੰਨੀ ਦੇਰ ਉਹ ਚਲਾਉਣਾ ਚਾਹੁੰਦੇ ਨੇ, ਸਾਡੇ ਬਸ ਅਸੀਂ ਇਹਨੂੰ ਕਿੰਨੀ ਦੇਰ ਚਲਾਉਣਾ। ਇੱਕ ਗੱਲ ਅਸੀਂ ਉਹਨਾਂ ਨੂੰ ਬੜੀ ਸਾਫ਼ ਤੇ ਸਪਸ਼ਟ ਕਹਿ ਆਏ ਹਾਂ, ਇਹ ਅੰਦੋਲਨ ਪੀਸਫੁਲ ਸੀ, ਪੀਸਫੁਲ ਹੈ, ਪੀਸਫੁਲ ਰਹੇਗਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਸੀਂ ਇਹਨੂੰ ਵਾਇਲੈਂਟ ਨਹੀਂ ਹੋਣ ਦਿੰਦੇ। ਇਹ ਓਪਨਲੀ ਚੈਲੰਜ ਕਰਕੇ ਆਏ ਹੋਮ ਮਿਨਿਸਟਰ। ਜਿਹੜਾ ਅਗਲੇ ਦਾ ਪ੍ਰੋਗਰਾਮ ਦਿੱਤਾ ਹੈ ਤੁਸੀਂ ਕਿ ਟੋਲ ਫ੍ਰੀ ਕਰ ਦੇਣੇ ਨੇ ਜਾਂ ਦਿੱਲੀ ਜੈਪੁਰ ਹਾਈਵੇ ਬੰਦ ਕਰਨਾ ਹੈ ਜਾਂ ਜਿਹੜਾ ਜੀਓ ਦਾ ਬਹਿਸ਼ਕਾਰ ਕਰਨਾ ਹੈ, ਉਹਦੇ ਲਈ ਕੀ ਰਣਨੀਤੀ ਹੈਗੀ, ਕਿਵੇਂ ਕਰੋਗੇ? ਉਹ ਸਾਰੀਆਂ ਸਟੇਟਾਂ ਦੀ ਡਿਊਟੀ ਲਾ ਦਿੱਤੀ। ਤੁਸੀਂ ਗੱਲ ਸਮਝੋ, ਪੰਜਾਬ 'ਚ ਤਾਂ ਆਲਰੇਡੀ ਅਸੀਂ ਟੋਲ ਪਲਾਜ਼ੇ ਬੰਦ ਕਰ ਲਏ, ਰਿਲਾਇੰਸ ਦੇ ਪੰਪ ਵੀ, ਰਿਲਾਇੰਸ ਦੇ ਸਟੋਰ ਵੀ ਅਸੀਂ ਬੰਦ ਕਰ ਲਏ, ਤੇ ਉਹ ਤੋਂ ਬਾਅਦ ਹਰਿਆਣੇ ਸ਼ੁਰੂ ਹੋਇਆ। ਹੁਣ ਉਹੀ ਤਜਰਬੇ ਨਾਲ ਸਾਰੇ ਦੇਸ਼ ਵਿੱਚ ਜਦੋਂ 8 ਤਰੀਕ ਦਾ ਬੰਦ ਪੂਰੀ ਤਰ੍ਹਾਂ ਸਫਲ ਰਿਹਾ, ਔਰ ਇਹ ਪਹਿਲੀ ਵਾਰੀ ਹੋਇਆ ਹੈ ਬੰਦ ਵਿੱਚ ਕਿਤੇ ਨਾ ਕਿਤੇ ਭੜਕਾਹਟ ਆ ਜਾਂਦੀ ਹੈ। ਇਸ ਵਾਰੀ ਬੰਦ ਸਾਰੇ ਦੇਸ਼ ਵਿੱਚ ਹੋਇਆ ਪੀਸਫੁਲ। ਇਹ ਬਹੁਤ ਵੱਡੀ ਪ੍ਰਾਪਤੀ ਹੈ ਔਰ ਕੰਪਲੀਟ ਹੋਇਆ। ਇਦਾਂ ਕਦੀ ਨਹੀਂ ਹੁੰਦਾ ਵੀ ਕਿਤੇ ਹੋ ਗਿਆ ਕਿਤੇ ਨਹੀਂ ਹੋ ਗਿਆ, ਇਦਾਂ ਹੁੰਦਾ। ਪਰ ਇਸ ਵਾਰੀ 8 ਤਾਰੀਖ ਨੂੰ ਸਾਰਾ ਦੇਸ਼ ਪੂਰੀ ਤਰ੍ਹਾਂ ਕੰਪਲੀਟਲੀ ਬੰਦ ਰਿਹਾ ਔਰ 5 ਸਟੇਟਾਂ ਦੇ ਚੀਫ ਮਿਨਿਸਟਰ ਨੇ ਸਾਡੇ ਹਮਾਇਤ ਵਿੱਚ ਸਟੇਟਮੈਂਟ ਦਿੱਤੀ। ਇਹਦੇ ਮਾਨੇ ਆ ਕੁਝ। ਰਾਜੇਵਾਲ ਸਾਹਿਬ, ਜਿਹੜੀ ਅੱਜ ਦੀ ਮੀਟਿੰਗ ਹੈ, ਕੀ ਉਹ ਪ੍ਰਪੋਜ਼ਲ ਤੇ ਵੀ ਦੁਬਾਰਾ ਚਰਚਾ ਹੋ ਸਕਦੀ ਹੈ ਵੀ ਆਹ ਪ੍ਰਪੋਜ਼ਲ ਭੇਜੀ, ਆਪਾਂ ਇਹ ਤੇ ਚਰਚਾ ਕਰੀਏ ਵੀ ਠੀਕ ਨੇ ਪੁਆਇੰਟ? ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਹੁੰਦੇ ਆ, ਅਸੀਂ ਉਹਨਾਂ ਤੇ ਚਰਚਾ। ਬਹੁਤ ਧੰਨਵਾਦ। ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਕੀਤੀ ਹੈ, ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਮੀਟਿੰਗ ਕਰ ਰਹੇ ਹਾਂ, ਅੰਦੋਲਨ ਨੂੰ ਅੱਗੇ ਕਿਵੇਂ ਵਧਾਉਣਾ ਹੈ। ਹਾਲਾਂਕਿ ਇਹ ਚਰਚਾ ਜ਼ਰੂਰ ਹੈ ਕਿ ਦੁਬਾਰਾ ਇਨਵਾਈਟ ਜ਼ਰੂਰ ਕੀਤਾ ਗਿਆ ਹੈ, ਵਰਬਲੀ ਜ਼ਰੂਰ ਆਇਆ ਹੈ, ਕੋਈ ਲਿਖਤੀ ਆਊਗਾ ਮੀਟਿੰਗ ਦੇ ਲਈ ਤੇ ਦੁਬਾਰਾ ਤੋਂ ਕਿਸਾਨ ਜਥੇਬੰਦੀਆਂ ਵਿਚਾਰ ਕਰਨਗੀਆਂ। ਪਰ ਹੁਣ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਅੱਗੇ ਵਧਾਉਣ ਦੇ ਲਈ ਚਰਚਾ ਲਗਾਤਾਰ ਜਾਰੀ ਹੈ। ਫਿਲਹਾਲ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਰਣਬੀਰ ਸਿੰਘ ਰਾਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨ ਜਥੇਬੰਦੀਆਂ ਮੰਥਨ ਕਰ ਰਹੀਆਂ ਨੇ ਲਗਾਤਾਰ। ਹਾਲਾਂਕਿ ਪ੍ਰਪੋਜ਼ਲ ਆਈ ਸੀਗੀ, ਉਸ ਨੂੰ ਜ਼ਰੂਰ ਰੱਦ ਕੀਤਾ ਗਿਆ, ਅਗਲਾ ਪ੍ਰੋਗਰਾਮ ਵੀ ਤੈਅ ਕੀਤਾ ਗਿਆ ਸੀ। ਇਸ ਵੇਲੇ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਰਾਜੇਵਾਲ ਸਾਹਿਬ, ਜਿਸ ਢੰਗ ਦੇ ਨਾਲ ਪ੍ਰਪੋਜ਼ਲ ਆਈ ਉਸ ਨੂੰ ਰੱਦ ਕੀਤਾ ਗਿਆ, ਇੱਕ ਨਵਾਂ ਪ੍ਰੋਗਰਾਮ ਦਿੱਤਾ ਗਿਆ, ਹੁਣ ਅੱਗੇ ਕੀ ਹੈਗਾ? ਅੱਗੇ ਜਿਹੜਾ ਪ੍ਰੋਗਰਾਮ ਦਿੱਤਾ ਉਹਨੂੰ ਲਾਗੂ ਕਰਾਂਗੇ ਜੀ। ਬਾਕੀ ਚਰਚਾ ਆਪਸ ਵਿੱਚ ਹੀ ਚਰਚਾ ਜਾਰੀ ਰਹੇਗੀ। ਕੋਈ ਇਨਵੀਟੇਸ਼ਨ ਦੁਆਰਾ ਮੀਟਿੰਗ ਦਾ ਆਇਆ ਸਰਕਾਰ ਦੇ ਵੱਲੋਂ? ਨਹੀਂ, ਹਾਲੇ ਕੋਈ ਇਨਵੀਟੇਸ਼ਨ ਨਹੀਂ। ਹਾਲੇ ਕਿਉਂਕਿ ਗੱਲ ਚੱਲ ਰਹੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਕਿ ਉਧਰੋਂ ਜ਼ਰੂਰ ਮੈਸੇਜ ਆ ਰਹੇ ਨੇ। ਹਾਲੇ ਤੇ ਕੋਈ ਨਹੀਂ, ਮੇਰੇ ਕੋਲ ਤਾਂ ਕੋਈ ਮੈਸੇਜ ਨਹੀਂ ਆਇਆ। ਠੀਕ ਹੈ, ਜੇ ਸਰਕਾਰ ਮੈਸੇਜ ਦਿੰਦੀ ਹੈ, ਇਨਵੀਟੇਸ਼ਨ ਦਿੰਦੀ ਹੈ ਮੀਟਿੰਗ ਦੇ ਲਈ? ਦੇਖੋ ਜੀ, ਮੀਟਿੰਗ ਲਈ ਜੇ ਉਹਦੇ ਵਿੱਚ ਕੁਝ ਨਿਕਲਦਾ ਫਿਰ ਤਾਂ ਜਾਵਾਂਗੇ, ਤੇ ਜੇ ਉਹਨਾਂ ਨੇ ਇਦਾਂ ਹੀ ਦੁਬਾਰਾ ਬਹਿਸ ਕਰੋ, ਤੀਜੀ ਵਾਰੀ ਬਹਿਸ ਕਰੋ, ਚੌਥੀ ਵਾਰੀ ਬਹਿਸ ਕਰੋ, ਫਿਰ ਨਹੀਂ। ਜਿਹੜਾ ਕੱਲ ਇੱਕ ਫਾਈਲ ਪ੍ਰਪੋਜ਼ਲ ਦੀ ਭੇਜੀ ਹੈ, ਉਹਦੇ ਪੁਆਇੰਟ ਤੁਹਾਨੂੰ ਲੱਗਦਾ ਕਿ ਸਹੀ ਨੇ? ਕੁਝ ਪੁਆਇੰਟ ਸਹੀ ਨੇ? ਨਹੀਂ, ਸਾਰਾ ਕੁਝ ਪਹਿਲਾਂ ਹੀ ਹੋ ਚੁੱਕਾ ਡਿਸਕਸ। ਪੁਆਇੰਟਸ ਦੀ ਗੱਲ ਨਹੀਂ, ਗੱਲ ਇਹ ਵੀ ਅੱਜ ਅਮੈਂਡਮੈਂਟ ਕਰਕੇ 2 ਸਾਲ ਬਾਅਦ ਫਿਰ ਅਮੈਂਡਮੈਂਟ ਕਰ ਦੇਣਗੇ। ਰਿਪੀਲ ਕਿਉਂ ਨਹੀਂ ਕਰਦੇ? ਜੇ ਉਹ ਸਮਝਦੇ ਆ, ਬਾਕੀ ਉਹ ਮੰਨਦੇ ਆ ਵੀ ਕਾਨੂੰਨ ਗਲਤ ਬਣ ਗਏ, ਇਹ ਅਨਕਨਸਟੀਟਿਊਸ਼ਨਲ ਨੇ, ਵਾਈ ਡੋਂਟ ਦੇ ਰਿਪੀਲ? ਕਿੰਨੀਆਂ ਕੁ ਹੋਰ ਅਮੈਂਡਮੈਂਟਸ ਹੋਰ ਲੱਗਦਾ ਕਿ ਹੋ ਸਕਦੀ? ਨਹੀਂ, ਅਮੈਂਡਮੈਂਟਸ ਦਾ ਤਾਂ ਸਵਾਲ ਹੀ ਨਹੀਂ, ਅਮੈਂਡਮੈਂਟਸ ਦੀ ਕੋਈ ਗੱਲ ਨਹੀਂ, ਹੁਣ ਤਾਂ ਰਿਪੀਲ ਕਰਨ ਦੀ ਗੱਲ ਹੈ। ਜਿਹੜਾ ਸੱਦਾ ਦਿੱਤਾ ਗਿਆ ਹੈ ਕਿ ਦਿੱਲੀ ਜੈਪੁਰ ਹਾਈਵੇ ਜਾਮ ਕਰਾਂਗੇ, ਉਹ ਕਿਹੜੀ ਜਥੇਬੰਦੀ ਕਰੀਏ? ਇੱਥੋਂ ਜਾਓਗੇ, ਹੋਰ ਪਾਸੇ ਆਉਣਗੇ, ਕੌਣ ਆਊਗਾ? ਨਹੀਂ, ਉਹ ਰਾਜਸਥਾਨ ਵਾਲੇ ਆ ਰਹੇ ਨੇ, ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਕਰ ਰਹੇ। ਰਾਜਸਥਾਨ ਵਾਲੇ ਬੰਦ ਕਰ? ਹਾਂ, ਕਿਉਂਕਿ ਹੁਣ ਤੱਕ ਉੱਥੇ ਇਲੈਕਸ਼ਨ ਸੀ, ਇਲੈਕਸ਼ਨ ਦਾ ਰਿਜ਼ਲਟਸ ਵਗੈਰਾ ਆ ਗਏ। ਹੁਣ ਉਹ ਲੱਗਦਾ ਕਿ ਵੱਡੀ ਗਿਣਤੀ ਚਾਹੀਦੀ ਹੈ ਕਿਉਂਕਿ ਉਹ ਵੱਡਾ ਹਾਈਵੇ ਹੈ। ਵੱਡੀ ਗਿਣਤੀ ਚ ਆਉਣਗੇ, ਸਾਰੇ ਕਰ ਲੈਣਗੇ, ਕੋਈ ਪ੍ਰੋਬਲਮ ਨਹੀਂ। ਕੱਲ ਡਿਊਟੀਆਂ ਲਾਤੀਆਂ, ਸਭ ਨੇ ਉਹ ਆਪਣੀ ਜ਼ਿੰਮੇਵਾਰੀ ਲੈ ਲਈ, ਹੋ ਜਾਏਗਾ 2-3 ਦਿਨਾਂ ਦੇ ਵਿੱਚ ਉਹ ਵੀ ਬੰਦ। ਅੱਜ ਦੀ ਜਿਹੜੀ ਮੀਟਿੰਗ ਹੋ ਰਹੀ ਹੈ, ਕੀ ਖਾਸ ਏਜੰਡਾ ਤੁਹਾਡਾ ਆਪਣੀ ਮੀਟਿੰਗ ਦਾ? ਏਜੰਡਾ ਅੰਦੋਲਨ ਹੀ ਹੈ ਸਾਡਾ ਏਜੰਡਾ। ਹਰ ਰੋਜ਼ ਇਹਦੇ ਤੇ ਡਿਬੇਟ ਹੁੰਦੀ ਹੈ, ਅਸੀਂ ਸਾਰੇ ਆਪੋ ਆਪਣੀ ਬੈਠ ਕੇ। ਇੱਕ ਗੱਲ ਦੱਸਾਂ ਤੁਹਾਨੂੰ ਪੱਕੀ, ਅਸੀਂ 40 ਜਦੋਂ ਬਹਿਨੇ ਆ ਨਾ, ਪੂਰੀ ਬਾਲ ਦੀ ਖੱਲ ਲਾਉਨੇ ਆ, ਐਵੇਂ ਨਹੀਂ ਇਹ ਅੰਦੋਲਨ ਚੱਲ ਰਿਹਾ। ਔਰ ਉਹਦੇ ਚ ਜੋ ਨਤੀਜਾ ਨਿਕਲਦਾ ਫਿਰ ਸਾਰੇ ਇੱਕ ਸੁਰ ਹੋ ਕੇ ਉਹਨੂੰ ਪੈ ਨਿਕਲਦੇ ਆ ਸਰਕਾਰ ਦੀ। ਇਹਦੀ ਫਿਰ ਸਟੇਜ ਤੋਂ ਵਾਰ-ਵਾਰ ਤੁਹਾਡੀ ਸਪੀਚਸ ਆ ਰਹੀਆਂ ਨੇ ਲੋਕਾਂ ਤੱਕ, ਤੁਸੀਂ ਬਹੁਤ ਅਪੀਲ ਵੀ ਕੀਤੀ, ਹੱਥ ਵੀ ਜੋੜ ਕੇ ਬੇਨਤੀਆਂ ਵੀ ਕਰ ਰਹੇ ਹੋ ਬਹੁਤ। ਕਿਉਂ ਲੱਗਦਾ ਤੁਹਾਨੂੰ ਕਿ ਇਹ ਬਹੁਤ ਜ਼ਰੂਰੀ ਹੈ ਜਿਹੜੀ ਤੁਸੀਂ ਅਪੀਲ ਕਰ ਰਹੇ?
ਅਸਲ 'ਚ ਗੱਲ ਇਹ ਆ ਵੀ ਇਸ ਵੇਲੇ ਨਾ ਭਾਰਤ ਸਰਕਾਰ, ਉਹਦੀਆਂ ਏਜੰਸੀਜ਼, ਉਹਦਾ ਆਈਟੀ ਸੈੱਲ ਬਹੁਤ ਜ਼ਿਆਦਾ ਐਕਟਿਵ ਹੋ ਗਿਆ। ਉਹ ਆਈਟੀ ਸੈੱਲ ਨੂੰ ਕਰੋੜਾਂ ਰੁਪਈਆ ਸਰਕਾਰ ਖਰਚਦੀ ਹੈ। ਉਹਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਲੀਡਰਸ਼ਿਪ ਨੂੰ ਬਦਨਾਮ ਕੀਤਾ ਜਾ ਸਕਦਾ, ਕਿਸੇ ਤਰ੍ਹਾਂ ਲੋਕਾਂ 'ਚ ਭੁਲੇਖੇ ਪੈਦਾ ਕੀਤੇ ਜਾ ਸਕਦੇ ਨੇ, ਕਿਸੇ ਤਰ੍ਹਾਂ ਇਹਨਾਂ ਦੇ ਵਿੱਚ ਵੜ ਕੇ ਕੋਈ ਪਾੜ ਲਾਇਆ ਜਾ ਸਕਦਾ। ਉਹ ਤੋਂ ਭਾਵੇਂ ਅਸੀਂ ਲੀਡਰਸ਼ਿਪ ਸਾਰੀ ਚੌਕਸ ਹੈ, ਲੋਕਾਂ ਨੂੰ ਚੌਕਸ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਸੀ, ਉਹ ਮੈਂ ਦੱਸਿਆ। ਰਾਤ ਅਨਾਉਂਸਮੈਂਟ ਹੋ ਗਈ ਕਿ ਕੋਈ ਹਲਚਲ ਹੋ ਸਕਦੀ ਹੈ, ਇਸ ਤਰ੍ਹਾਂ ਇੱਕ ਮੰਚ ਤੋਂ ਵੀ ਹੋਗੀ ਰਾਤ ਨੂੰ, ਤੇ ਮੈਂ ਦੇਖਿਆ ਟਰਾਲੀਆਂ ਤੋਂ ਵੀ ਹੋਈ ਹੈ ਕਿ ਚੌਕਸ ਰਹੋ, ਕੋਈ ਅੱਜ ਗੜਬੜ ਹੋ ਸਕਦੀ ਹੈ। ਇਸ ਢੰਗ ਦੀ ਸਟੇਟਮੈਂਟ, ਇਸ ਢੰਗ ਦੀ ਜੇ ਮੰਚ ਤੋਂ ਇਹ ਅਪੀਲ ਆਉਂਦੀ ਹੈ, ਅਨਾਉਂਸਮੈਂਟ ਹੁੰਦੀ ਹੈ, ਕਿ ਉਹ ਸਹੀ ਸੀਗਾ ਗਲਤ ਸੀਗਾ? ਅਸਲ 'ਚ ਸਾਡੀ ਜਿਹੜੀ ਸਟੇਟ ਆ ਆਫੀਸ਼ੀਅਲੀ ਉਹ 11 ਤੋਂ 5 ਵਜੇ ਤੱਕ ਚੱਲਦੀ ਹੈ। ਉਹਦੇ ਬਾਅਦ ਕਈ ਲੋਕ ਉੱਦਾਂ ਆ ਜਾਂਦੇ ਨੇ, ਉਹ ਆ ਕੇ ਮਾਈਕ ਹੈਗਾ ਚੱਕ ਕੇ ਬੋਲ ਦਿੰਦੇ ਨੇ, ਤੇ ਅਸੀਂ ਉਹ ਸਾਡੇ ਨੋਟਿਸ 'ਚ ਆ ਗਿਆ, ਅੱਜ ਉਹ ਵੀ ਬੰਦ ਕਰ ਦਾਂਗੇ। ਜਿਹੜੀ ਇਸ ਤਰ੍ਹਾਂ ਅਪੀਲ ਕਰਨੀ, ਲੋਕਾਂ 'ਚ ਪੈਨਿਕ ਹੁੰਦਾ ਨਾ, ਇਹ ਅਸੀਂ ਨਹੀਂ ਇਹਨੂੰ ਟੋਲਰੇਟ ਕਰਦੇ, ਅੱਜ ਇਹ ਵੀ ਬੰਦ ਕਰ ਦਾਂਗੇ ਅਸੀਂ। ਠੀਕ ਹੈ। ਜਿਸ ਢੰਗ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੈ, ਉਹ ਤੁਹਾਡੇ ਨਾਲ ਹੈ, ਤਾਲਮੇਲ 'ਚ ਹੈ, ਕਿਉਂਕਿ ਉਸ ਦਿਨ ਉਹਨਾਂ ਨੇ ਥੋੜਾ ਜਿਹਾ ਰੋਸਾ ਜ਼ਾਹਿਰ ਕੀਤਾ ਜੋਗਿੰਦਰ ਸਿੰਘ ਉਗਰਾਹਾਂ ਨੇ, ਕਹਿੰਦੇ ਸਾਨੂੰ ਦੱਸਿਆ ਨਹੀਂ, ਜਿਹੜੇ 13 ਬੰਦੇ ਗਏ ਸਾਨੂੰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਨਹੀਂ ਜਾਣਾ ਚਾਹੀਦਾ ਸੀ। ਇਹ ਉਹਨਾਂ ਦੀ ਗਲਤੀ ਹੈ ਇਹ ਅਸਲ 'ਚ, ਜੇ ਸਹੀ ਪੁੱਛੋ, ਕਿਉਂਕਿ ਉਹਨਾਂ ਨੂੰ ਹਮੇਸ਼ਾ ਅੱਜ ਤੱਕ ਜਿੰਨੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਉਹਨਾਂ ਨੂੰ ਅਲੱਗ ਸੁਨੇਹਾ ਹੁੰਦਾ, ਸਾਨੂੰ ਅਲੱਗ ਆਉਂਦਾ। ਉਹ ਸਾਨੂੰ ਇੱਥੇ ਕਹਿੰਦੇ ਵੀ ਦੇਖੋ ਜੀ ਅਸੀਂ ਤੁਹਾਡੇ ਨਾਲ ਹਾਂ, ਫੈਸਲਾ ਜਿਹੜਾ ਕਰੋਗੇ ਤੁਹਾਡੇ ਨਾਲ ਚੱਲਾਂਗੇ, ਪਰ ਅਸੀਂ ਲਾਗੂ ਕਰਨਾ ਤਾਂ ਸਾਡੀ ਆਪਣੀ ਮਰਜ਼ੀ ਹੋ। ਇਸੇ ਕਰਕੇ ਉਹ ਇੱਕ ਅਲੱਗ ਐਂਟੀਟੀ ਰੱਖ ਕੇ ਉਹ ਚੱਲ ਰਹੇ ਨੇ। ਤੇ ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਨੂੰ ਸੱਦਾ ਨਹੀਂ, ਸਾਨੂੰ ਤਾਂ ਸੱਦਾ ਆਇਆ ਸੀ। 40 ਇਕੱਠੇ ਬੈਠੇ, ਅਸੀਂ ਇਕੱਠੇ ਬਹਿ ਕੇ ਇੱਕ 13 ਮੈਂਬਰੀ ਕਮੇਟੀ ਬਣਾ ਲਈ, ਉਹ ਚਲੀ ਗਈ। ਇੱਥੇ ਇਦਾਂ ਕੀ ਹੈ, ਮੀਡੀਆ ਵਾਲਿਆਂ ਨੇ ਇੱਕ ਸਰਕਾਰ ਦੀ ਮਰਜ਼ੀ, ਉਹਨਾਂ ਨੇ ਸ਼ੋਰ ਮਚਾਤਾ ਤੇ 13 ਹੀ ਗਏ ਨੇ, ਖਬਰ ਨਹੀਂ ਫੁੱਟ ਪੈ ਗਈ। ਇਦਾਂ ਕੰਮ ਕਰਦੀ ਹੁੰਦੀ ਹੈ ਸਰਕਾਰ। ਕਿਹਾ ਤਾਂ ਸੀ ਇਹਨਾਂ ਨੂੰ 5 ਲਿਆਓ, 10 ਲਿਆਓ, ਘੱਟ ਲਿਆਓ, ਇਹ ਤਾਂ ਕਿਹਾ ਸੀ। ਨਹੀਂ, ਉਹ ਕਿਹਾ ਸੀ, ਪਰ ਇਹਦਾ ਅਸੀਂ ਫੈਸਲਾ ਕਰਕੇ ਗਏ ਆ, ਮੀਡੀਆ ਨੂੰ ਦੱਸ ਕੇ ਗਏ ਆ। ਇਹਦਾ ਮਤਲਬ ਇਹ ਥੋੜ੍ਹਾ ਹੈਗਾ ਵੀ ਇੱਥੇ ਕੋਈ ਫੁੱਟ ਪੈ ਗਈ। ਜਿਹੜੇ 40 ਨੇ ਚੁਣੇ ਉਹ ਬੰਦੇ ਗਏ, ਤੇ ਕੋਈ ਆਪਣੇ ਆਪ ਤਾਂ ਕੋਈ ਗਿਆ ਨਹੀਂ। ਔਰ ਇਸੇ ਤਰ੍ਹਾਂ ਜਦੋਂ ਉੱਥੇ ਗਏ, ਉੱਥੇ ਉਗਰਾਹਾਂ ਹੋਣੀ ਹੈ ਨਹੀਂ ਸੀ। ਤੁਸੀਂ ਪੁਆਇੰਟ ਕੀਤਾ ਪੁਆਇੰਟ ਆਊਟ ਇਹ ਕਿ ਉਗਰਾਹਾਂ ਨੂੰ ਬੁਲਾਇਆ ਗਿਆ ਜਾਂ ਨਹੀਂ ਬੁਲਾਇਆ? ਨਹੀਂ, ਇਹ ਸਾਡੇ ਬਣਦਾ ਨਹੀਂ ਸੀ, ਕਿਉਂਕਿ ਹਮੇਸ਼ਾ ਉਹਨਾਂ ਨੂੰ ਅਲੱਗ ਜਾਂਦੀ ਹੈ ਇਨਵੀਟੇਸ਼ਨ, ਸਾਡੇ ਕਰਕੇ ਨਹੀਂ ਜਾਂਦੀ, ਉਹਨਾਂ ਨੂੰ ਅਲੱਗ ਜਾਂਦੀ ਹੈ। ਹਾਂ, ਇਹ ਠੀਕ ਹੈ ਵੀ ਜਦ ਅਸੀਂ ਉੱਥੇ ਇਕੱਠੇ ਹੁੰਦੇ ਉਹ ਵੀ ਵਿੱਚ ਹੁੰਦੇ ਨੇ, ਜੋ ਅਸੀਂ ਕਹਿੰਦੇ ਉਹ ਫਿਰ ਬੋਲਦੇ ਨਹੀਂ, ਉਹਦੇ ਉੱਤੇ ਹੀ ਫੁੱਲ ਚੜਾਉਂਦੇ ਨੇ। ਸਰਕਾਰ ਤੇ ਦਬਾਅ ਕਿੰਨਾ ਹੈ ਇਸ ਵੇਲੇ? ਹੈ ਪੂਰੇ ਦਬਾਅ ਹੇਠ ਹੈ ਸਰਕਾਰ। ਦੇਖੋ, ਸਰਕਾਰਾਂ ਦੀ ਇੱਕ ਖੂਬੀ ਹੁੰਦੀ ਹੈ, ਜਿਹੜੇ ਸਰਕਾਰ ਚਲਾਉਣ ਵਾਲੇ ਲੋਕ ਨੇ, ਉਹਨਾਂ ਨੇ ਚਿਹਰੇ ਤੇ ਨਹੀਂ ਦਬਾਅ ਲਿਆਉਣਾ ਹੁੰਦਾ। ਅੰਦਰੋਂ ਭਾਵੇਂ ਹਿੱਲੇ ਪਏ ਹੋਣ, ਚਿਹਰੇ ਤੋਂ ਪੋਜ਼ ਕਰਨਾ ਹੁੰਦਾ ਵੀ ਅਸੀਂ ਬੜੇ ਸਟਰੋਂਗ ਹਾਂ। ਪਰ ਇਸ ਵਾਰੀ ਤਾਂ ਜਿਹੜਾ ਹੋਮ ਮਿਨਿਸਟਰ ਵੀ, ਉਹ ਵੀ ਹਿੱਲਿਆ ਹੋਇਆ ਸੀ। ਲੱਗਦਾ ਕਿ ਬਹੁਤ ਛੇਤੀ ਜਾਂ ਹਜੇ ਹੋਰ ਬਹੁਤ ਲੰਬਾ ਸੰਘਰਸ਼ ਚੱਲ ਸਕਦਾ? ਹਾਂ, ਕੁਝ ਵੀ ਕਹਿ ਸਕਦੇ ਹੋ। ਇਹ ਕੋਈ ਅੰਦੋਲਨ ਜਿਹੜਾ ਇੱਕ ਧਿਰ ਦੇ ਹੱਥ 'ਚ ਨਹੀਂ ਹੁੰਦਾ, ਦੋਨੋਂ ਧਿਰਾਂ ਦੇ ਹੱਥ 'ਚ ਹੁੰਦਾ। ਜਿਹੜੇ ਲੜ ਰਹੇ ਨੇ, ਜਿਨ੍ਹਾਂ ਨੇ ਮੰਗਾਂ ਮੰਨਣੀਆਂ, ਉਹਨਾਂ ਦੇ ਵੀ ਬਸ ਹੈ ਕਿੰਨੀ ਦੇਰ ਉਹ ਚਲਾਉਣਾ ਚਾਹੁੰਦੇ ਨੇ, ਸਾਡੇ ਬਸ ਅਸੀਂ ਇਹਨੂੰ ਕਿਵੇਂ ਕਿੰਨੀ ਦੇਰ ਚਲਾਉਣਾ। ਇੱਕ ਗੱਲ ਅਸੀਂ ਉਹਨਾਂ ਨੂੰ ਬੜੀ ਸਾਫ਼ ਤੇ ਸਪਸ਼ਟ ਕਹਿ ਆਏ ਹਾਂ, ਇਹ ਅੰਦੋਲਨ ਪੀਸਫੁਲ ਸੀ, ਪੀਸਫੁਲ ਹੈ, ਪੀਸਫੁਲ ਰਹੇਗਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਸੀਂ ਇਹਨੂੰ ਵਾਇਲੈਂਟ ਨਹੀਂ ਹੋਣ ਦਿੰਦੇ। ਇਹ ਓਪਨਲੀ ਚੈਲੰਜ ਕਰਕੇ ਆਏ ਹੋਮ ਮਿਨਿਸਟਰ। ਜਿਹੜਾ ਅਗਲੇ ਦਾ ਪ੍ਰੋਗਰਾਮ ਦਿੱਤਾ ਹੈ ਤੁਸੀਂ ਕਿ ਟੋਲ ਫ੍ਰੀ ਕਰ ਦੇਣੇ ਨੇ, ਜਾਂ ਦਿੱਲੀ ਜੈਪੁਰ ਹਾਈਵੇ ਬੰਦ ਕਰਨਾ ਹੈ, ਜਾਂ ਜਿਹੜਾ ਜੀਓ ਦਾ ਬਹਿਸ਼ਕਾਰ ਕਰਨਾ ਹੈ, ਉਹਦੇ ਲਈ ਕੀ ਰਣਨੀਤੀ ਹੈਗੀ, ਕਿਵੇਂ ਕਰੋਗੇ? ਉਹ ਸਾਰੀਆਂ ਸਟੇਟਾਂ ਦੀ ਡਿਊਟੀ ਲਾ ਦਿੱਤੀ। ਤੁਸੀਂ ਗੱਲ ਸਮਝੋ, ਪੰਜਾਬ 'ਚ ਤਾਂ ਆਲਰੇਡੀ ਅਸੀਂ ਟੋਲ ਪਲਾਜ਼ੇ ਬੰਦ ਕਰ ਲਏ, ਰਿਲਾਇੰਸ ਦੇ ਪੰਪ ਵੀ, ਰਿਲਾਇੰਸ ਦੇ ਸਟੋਰ ਵੀ ਅਸੀਂ ਬੰਦ ਕਰ ਲਏ, ਤੇ ਉਹ ਤੋਂ ਬਾਅਦ ਹਰਿਆਣੇ ਸ਼ੁਰੂ ਹੋਇਆ। ਹੁਣ ਉਹੀ ਤਜਰਬੇ ਨਾਲ ਸਾਰੇ ਦੇਸ਼ ਵਿੱਚ ਜਦੋਂ 8 ਤਰੀਕ ਦਾ ਬੰਦ ਪੂਰੀ ਤਰ੍ਹਾਂ ਸਫਲ ਰਿਹਾ, ਔਰ ਇਹ ਪਹਿਲੀ ਵਾਰੀ ਹੋਇਆ ਬੰਦ ਵਿੱਚ ਕਿਤੇ ਨਾ ਕਿਤੇ ਭੜਕਾਹਟ ਆ ਜਾਂਦੀ ਹੈ। ਇਸ ਵਾਰੀ ਬੰਦ ਸਾਰੇ ਦੇਸ਼ ਵਿੱਚ ਹੋਇਆ ਪੀਸਫੁਲ। ਇਹ ਬਹੁਤ ਵੱਡੀ ਪ੍ਰਾਪਤੀ ਹੈ, ਔਰ ਕੰਪਲੀਟ ਹੋਇਆ। ਇਦਾਂ ਕਦੀ ਨਹੀਂ ਹੁੰਦਾ ਵੀ ਕਿਤੇ ਹੋ ਗਿਆ ਕਿਤੇ ਨਹੀਂ ਹੋ ਗਿਆ, ਇਦਾਂ ਹੁੰਦਾ। ਪਰ ਇਸ ਵਾਰੀ 8 ਤਾਰੀਖ ਨੂੰ ਸਾਰਾ ਦੇਸ਼ ਪੂਰੀ ਤਰ੍ਹਾਂ ਕੰਪਲੀਟਲੀ ਬੰਦ ਰਿਹਾ, ਔਰ 5 ਸਟੇਟਾਂ ਦੇ ਚੀਫ ਮਿਨਿਸਟਰ ਨੇ ਸਾਡੇ ਹਮਾਇਤ ਵਿੱਚ ਸਟੇਟਮੈਂਟ ਦਿੱਤੀ। ਇਹਦੇ ਮਾਨੇ ਆ ਕੁਝ। ਰਜਲ ਸਾਹਿਬ, ਜਿਹੜੀ ਅੱਜ ਦੀ ਮੀਟਿੰਗ ਹੈ, ਕਿ ਉਹ ਪ੍ਰਪੋਜ਼ਲ ਤੇ ਵੀ ਦੁਬਾਰਾ ਚਰਚਾ ਹੋ ਸਕਦੀ ਹੈ ਵੀ ਆਹ ਪ੍ਰਪੋਜ਼ਲ ਭੇਜੀ, ਆਪਾਂ ਇਹ ਤੇ ਚਰਚਾ ਕਰੀਏ ਵੀ ਠੀਕ ਨੇ ਪੁਆਇੰਟ? ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਹੁੰਦੇ ਆ, ਅਸੀਂ ਉਹਨਾਂ ਤੇ ਚਰਚਾ। ਬਹੁਤ ਧੰਨਵਾਦ। ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਕੀਤੀ ਹੈ, ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਮੀਟਿੰਗ ਕਰ ਰਹੇ ਹਾਂ, ਅੰਦੋਲਨ ਨੂੰ ਅੱਗੇ ਕਿਵੇਂ ਵਧਾਉਣਾ ਹੈ। ਹਾਲਾਂਕਿ ਇਹ ਚਰਚਾ ਜ਼ਰੂਰ ਹੈ ਕਿ ਦੁਬਾਰਾ ਇਨਵਾਈਟ ਜ਼ਰੂਰ ਕੀਤਾ ਗਿਆ ਹੈ, ਵਰਬਲੀ ਜ਼ਰੂਰ ਆਇਆ ਹੈ, ਕੋਈ ਲਿਖਤੀ ਆਊਗਾ ਮੀਟਿੰਗ ਦੇ ਲਈ ਤਾਂ ਦੁਬਾਰਾ ਤੋਂ ਕਿਸਾਨ ਜਥੇਬੰਦੀਆਂ ਵਿਚਾਰ ਕਰਨਗੀਆਂ। ਪਰ ਹੁਣ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਅੱਗੇ ਵਧਾਉਣ ਦੇ ਲਈ ਚਰਚਾ ਲਗਾਤਾਰ ਜਾਰੀ ਹੈ। ਫਿਲਹਾਲ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਰਣਬੀਰ ਸਿੰਘ ਰਾਣਾ।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨ ਜਥੇਬੰਦੀਆਂ ਮੰਥਨ ਕਰ ਰਹੀਆਂ ਨੇ ਲਗਾਤਾਰ। ਹਾਲਾਂਕਿ ਪ੍ਰਪੋਜ਼ਲ ਆਈ ਸੀਗੀ, ਉਸ ਨੂੰ ਜ਼ਰੂਰ ਰੱਦ ਕੀਤਾ ਗਿਆ। ਅਗਲਾ ਪ੍ਰੋਗਰਾਮ ਵੀ ਤੈਅ ਕੀਤਾ ਗਿਆ ਸੀ। ਇਸ ਵੇਲੇ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਰਾਜੇਵਾਲ ਸਾਹਿਬ, ਜਿਸ ਢੰਗ ਦੇ ਨਾਲ ਪ੍ਰਪੋਜ਼ਲ ਆਈ ਉਸ ਨੂੰ ਰੱਦ ਕੀਤਾ ਗਿਆ, ਇੱਕ ਨਵਾਂ ਪ੍ਰੋਗਰਾਮ ਦਿੱਤਾ ਗਿਆ, ਹੁਣ ਅੱਗੇ ਕੀ ਹੈਗਾ? ਅੱਗੇ ਜਿਹੜਾ ਪ੍ਰੋਗਰਾਮ ਦਿੱਤਾ ਉਹਨੂੰ ਲਾਗੂ ਕਰਾਂਗੇ ਜੀ। ਬਾਕੀ ਚਰਚਾ ਆਪਸ ਵਿੱਚ ਹੀ ਚਰਚਾ ਜਾਰੀ ਰਹੇਗੀ। ਕੋਈ ਇਨਵੀਟੇਸ਼ਨ ਦੁਆਰਾ ਮੀਟਿੰਗ ਦਾ ਆਇਆ ਸਰਕਾਰ ਦੇ ਵੱਲੋਂ? ਨਹੀਂ, ਹਾਲੇ ਕੋਈ ਇਨਵੀਟੇਸ਼ਨ ਨਹੀਂ। ਹਾਲੇ ਕਿਉਂਕਿ ਗੱਲ ਚੱਲ ਰਹੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਕਿ ਉਧਰੋਂ ਜ਼ਰੂਰ ਮੈਸੇਜ ਆ ਰਹੇ ਨੇ। ਹਾਲੇ ਤੇ ਕੋਈ ਨਹੀਂ, ਮੇਰੇ ਕੋਲ ਤਾਂ ਕੋਈ ਮੈਸੇਜ ਨਹੀਂ ਆਇਆ। ਠੀਕ ਹੈ, ਜੇ ਸਰਕਾਰ ਮੈਸੇਜ ਦਿੰਦੀ ਹੈ, ਇਨਵੀਟੇਸ਼ਨ ਦਿੰਦੀ ਹੈ ਮੀਟਿੰਗ ਦੇ ਲਈ? ਦੇਖੋ ਜੀ, ਮੀਟਿੰਗ ਲਈ ਜੇ ਉਹਦੇ ਵਿੱਚ ਕੁਝ ਨਿਕਲਦਾ ਫਿਰ ਤਾਂ ਜਾਵਾਂਗੇ, ਤੇ ਜੇ ਉਹਨਾਂ ਨੇ ਇਦਾਂ ਹੀ ਦੁਬਾਰਾ ਬਹਿਸ ਕਰੋ, ਤੀਜੀ ਵਾਰੀ ਬਹਿਸ ਕਰੋ, ਚੌਥੀ ਵਾਰੀ ਬਹਿਸ ਕਰੋ, ਫਿਰ ਨਹੀਂ। ਜਿਹੜਾ ਕੱਲ ਇੱਕ ਫਾਈਲ ਪ੍ਰਪੋਜ਼ਲ ਦੀ ਭੇਜੀ ਹੈ, ਉਹਦੇ ਪੁਆਇੰਟ ਤੁਹਾਨੂੰ ਲੱਗਦਾ ਕਿ ਸਹੀ ਨੇ? ਕੁਝ ਪੁਆਇੰਟ ਸਹੀ ਨੇ? ਨਹੀਂ, ਸਾਰਾ ਕੁਝ ਪਹਿਲਾਂ ਹੀ ਇਹ ਹੋ ਚੁੱਕਾ ਡਿਸਕਸ। ਪੁਆਇੰਟਸ ਦੀ ਗੱਲ ਨਹੀਂ, ਗੱਲ ਇਹ ਵੀ ਅੱਜ ਅਮੈਂਡਮੈਂਟ ਕਰਕੇ 2 ਸਾਲ ਬਾਅਦ ਫਿਰ ਅਮੈਂਡਮੈਂਟ ਕਰ ਦੇਣਗੇ। ਰਿਪੀਲ ਕਿਉਂ ਨਹੀਂ ਕਰਦੇ? ਜੇ ਉਹ ਸਮਝਦੇ ਆ, ਵਾਕਈ ਉਹ ਮੰਨਦੇ ਆ ਵੀ ਕਾਨੂੰਨ ਗਲਤ ਬਣ ਗਏ, ਇਹ ਅਨਕਨਸਟੀਟਿਊਸ਼ਨਲ ਨੇ, ਵਾਈ ਡੋਂਟ ਦੇ ਰਿਪੀਲ? ਕਿੰਨੀਆਂ ਕੁ ਹੋਰ ਅਮੈਂਡਮੈਂਟਸ ਹੋਰ ਲੱਗਦਾ ਕਿ ਹੋ ਸਕਦੀਆਂ? ਨਹੀਂ, ਅਮੈਂਡਮੈਂਟਸ ਦਾ ਤਾਂ ਸਵਾਲ ਹੀ ਨਹੀਂ। ਅਮੈਂਡਮੈਂਟਸ ਦੀ ਕੋਈ ਗੱਲ ਨਹੀਂ, ਹੁਣ ਤਾਂ ਰਿਪੀਲ ਕਰਨ ਦੀ ਗੱਲ ਹੈ। ਜਿਹੜਾ ਸੱਦਾ ਦਿੱਤਾ ਗਿਆ ਹੈ ਕਿ ਦਿੱਲੀ ਜੈਪੁਰ ਹਾਈਵੇ ਜਾਮ ਕਰਾਂਗੇ, ਉਹ ਕਿਹੜੀ ਜਥੇਬੰਦੀ ਕਰੇਗੀ? ਇੱਥੋਂ ਜਾਓਗੇ, ਹੋਰ ਪਾਸੇ ਆਉਣਗੇ, ਕੌਣ ਆਊਗਾ? ਨਹੀਂ, ਉਹ ਰਾਜਸਥਾਨ ਵਾਲੇ ਆ ਰਹੇ ਨੇ, ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਕਰ ਰਹੇ। ਰਾਜਸਥਾਨ ਵਾਲੇ ਬੰਦ ਕਰ? ਹਾਂ, ਕਿਉਂਕਿ ਹੁਣ ਤੱਕ ਉੱਥੇ ਇਲੈਕਸ਼ਨ ਸੀ, ਇਲੈਕਸ਼ਨ ਦਾ ਰਿਜ਼ਲਟਸ ਵਗੈਰਾ ਆ ਗਏ। ਹੁਣ ਉਹ ਲੱਗਦਾ ਕਿ ਵੱਡੀ ਗਿਣਤੀ ਚਾਹੀਦੀ ਹੈ ਕਿਉਂਕਿ ਉਹ ਵੱਡਾ ਹਾਈਵੇ ਹੈ। ਵੱਡੀ ਗਿਣਤੀ ਚ ਆਉਣਗੇ, ਸਾਰੇ ਕਰ ਲੈਣਗੇ, ਕੋਈ ਪ੍ਰੋਬਲਮ ਨਹੀਂ। ਕੱਲ ਡਿਊਟੀਆਂ ਲਾਤੀਆਂ, ਸਭ ਨੇ ਉਹ ਆਪਣੀ ਜ਼ਿੰਮੇਵਾਰੀ ਲੈ ਲਈ, ਹੋ ਜਾਏਗਾ 2-3 ਦਿਨਾਂ ਦੇ ਵਿੱਚ ਉਹ ਵੀ ਬੰਦ। ਅੱਜ ਦੀ ਜਿਹੜੀ ਮੀਟਿੰਗ ਹੋ ਰਹੀ ਹੈ, ਕੀ ਖਾਸ ਏਜੰਡਾ ਤੁਹਾਡਾ ਆਪਣੀ ਮੀਟਿੰਗ ਦਾ? ਏਜੰਡਾ ਅੰਦੋਲਨ ਹੀ ਹੈ ਸਾਡਾ ਏਜੰਡਾ। ਹਰ ਰੋਜ਼ ਇਹਦੇ ਤੇ ਡਿਬੇਟ ਹੁੰਦੀ ਹੈ। ਅਸੀਂ ਸਾਰੇ ਆਪੋ ਆਪਣੀ ਬੈਠ ਕੇ ਇੱਕ ਗੱਲ ਦੱਸਾਂ ਤੁਹਾਨੂੰ ਪੱਕੀ, ਅਸੀਂ 40 ਜਦੋਂ ਬਹਿਨੇ ਆ ਨਾ, ਪੂਰੀ ਬਾਲ ਦੀ ਖੱਲ ਲਾਉਨੇ ਆ। ਐਵੇਂ ਨਹੀਂ ਇਹ ਅੰਦੋਲਨ ਚੱਲ ਰਿਹਾ, ਔਰ ਉਹਦੇ ਚ ਜੋ ਨਤੀਜਾ ਨਿਕਲਦਾ ਫਿਰ ਸਾਰੇ ਇੱਕ ਸੁਰ ਹੋ ਕੇ ਉਹਨੂੰ ਪੈ ਨਿਕਲਦੇ ਆ ਸਰਕਾਰ ਦੀ। ਇੱਥੇ ਫਿਰ ਸਟੇਜ ਤੋਂ ਵਾਰ-ਵਾਰ ਤੁਹਾਡੀ ਸਪੀਚਸ ਆ ਰਹੀਆਂ ਨੇ ਲੋਕਾਂ ਤੱਕ, ਤੁਸੀਂ ਬਹੁਤ ਅਪੀਲ ਵੀ ਕੀਤੀ, ਹੱਥ ਵੀ ਜੋੜ ਕੇ ਬੇਨਤੀਆਂ ਵੀ ਕਰ ਰਹੇ ਹੋ। ਬਹੁਤ ਕਿਉਂ ਲੱਗਦਾ ਤੁਹਾਨੂੰ ਕਿ ਇਹ ਬਹੁਤ ਜ਼ਰੂਰੀ ਹੈ ਜਿਹੜੀ ਤੁਸੀਂ ਅਪੀਲ ਕਰ ਰਹੇ ਹੋ? ਅਸਲ 'ਚ ਗੱਲ ਇਹ ਆ ਵੀ ਇਸ ਵੇਲੇ ਨਾ ਭਾਰਤ ਸਰਕਾਰ, ਉਹਦੀਆਂ ਏਜੰਸੀਜ਼, ਉਹਦਾ IT ਸੈੱਲ ਬਹੁਤ ਜ਼ਿਆਦਾ ਐਕਟਿਵ ਹੋ ਗਿਆ। ਉਹ IT ਸੈੱਲ ਨੂੰ ਕਰੋੜਾਂ ਰੁਪਈਆ ਸਰਕਾਰ ਖਰਚਦੀ ਹੈ। ਉਹਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਲੀਡਰਸ਼ਿਪ ਨੂੰ ਬਦਨਾਮ ਕੀਤਾ ਜਾ ਸਕਦਾ, ਕਿਸੇ ਤਰ੍ਹਾਂ ਲੋਕਾਂ 'ਚ ਭੁਲੇਖੇ ਪੈਦਾ ਕੀਤੇ ਜਾ ਸਕਦੇ ਨੇ, ਕਿਸੇ ਤਰ੍ਹਾਂ ਇਹਨਾਂ ਦੇ ਵਿੱਚ ਵੜ ਕੇ ਕੋਈ ਪਾੜ ਲਾਇਆ ਜਾ ਸਕਦਾ। ਉਹ ਤੋਂ ਭਾਵੇਂ ਅਸੀਂ ਲੀਡਰਸ਼ਿਪ ਸਾਰੀ ਚੌਕਸ ਹੈ, ਲੋਕਾਂ ਨੂੰ ਚੌਕਸ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਸੀ, ਉਹ ਮੈਂ ਦੱਸਿਆ। ਰਾਤ ਅਨਾਉਂਸਮੈਂਟ ਹੋ ਗਈ ਕਿ ਕੋਈ ਹਲਚਲ ਹੋ ਸਕਦੀ ਹੈ, ਇਸ ਤਰ੍ਹਾਂ ਇੱਕ ਮੰਚ ਤੋਂ ਵੀ ਹੋਗੀ ਰਾਤ ਨੂੰ, ਤੇ ਮੈਂ ਦੇਖਿਆ ਟਰਾਲੀਆਂ ਤੋਂ ਵੀ ਹੋਈ ਹੈ ਕਿ ਚੌਕਸ ਰਹੋ, ਕੋਈ ਅੱਜ ਗੜਬੜ ਹੋ ਸਕਦੀ ਹੈ। ਇਸ ਢੰਗ ਦੀ ਸਟੇਟਮੈਂਟ, ਇਸ ਢੰਗ ਦੀ ਜੇ ਮੰਚ ਤੋਂ ਇਹ ਅਪੀਲ ਆਉਂਦੀ ਹੈ, ਅਨਾਉਂਸਮੈਂਟ ਹੁੰਦੀ ਹੈ, ਕਿ ਉਹ ਸਹੀ ਸੀਗਾ, ਗਲਤ ਸੀਗਾ? ਅਸਲ 'ਚ ਸਾਡੀ ਜਿਹੜੀ ਸਟੇਟ ਆ ਆਫੀਸ਼ੀਅਲੀ ਉਹ 11 ਤੋਂ 5 ਵਜੇ ਤੱਕ ਚੱਲਦੀ ਹੈ। ਉਹਦੇ ਬਾਅਦ ਕਈ ਲੋਕ ਉੱਦਾਂ ਆ ਜਾਂਦੇ ਨੇ, ਉਹ ਆ ਕੇ ਮਾਈਕ ਹੈਗਾ ਚੱਕ ਕੇ ਬੋਲ ਦਿੰਦੇ ਨੇ, ਤੇ ਅਸੀਂ ਉਹ ਸਾਡੇ ਨੋਟਿਸ 'ਚ ਆ ਗਿਆ, ਅੱਜ ਉਹ ਵੀ ਬੰਦ ਕਰ ਦਾਂਗੇ। ਜਿਹੜੀ ਇਸ ਤਰ੍ਹਾਂ ਅਪੀਲ ਕਰਨੀ, ਲੋਕਾਂ 'ਚ ਪੈਨਿਕ ਹੁੰਦਾ ਨਾ, ਇਹ ਅਸੀਂ ਨਹੀਂ ਇਹਨੂੰ ਟੋਲਰੇਟ ਕਰਦੇ, ਅੱਜ ਇਹ ਵੀ ਬੰਦ ਕਰ ਦਾਂਗੇ ਅਸੀਂ। ਠੀਕ ਹੈ। ਜਿਸ ਢੰਗ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੈ, ਉਹ ਤੁਹਾਡੇ ਨਾਲ ਹੈ, ਤਾਲਮੇਲ 'ਚ ਹੈ? ਕਿਉਂਕਿ ਉਸ ਦਿਨ ਉਹਨਾਂ ਨੇ ਥੋੜਾ ਜਿਹਾ ਰੋਸਾ ਜ਼ਾਹਿਰ ਕੀਤਾ, ਜੋਗਿੰਦਰ ਸਿੰਘ ਉਗਰਾਹਾਂ ਨੇ, ਕਹਿੰਦੇ ਸਾਨੂੰ ਦੱਸਿਆ ਨਹੀਂ, ਜਿਹੜੇ 13 ਬੰਦੇ ਗਏ ਸਾਨੂੰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਨਹੀਂ ਜਾਣਾ ਚਾਹੀਦਾ ਸੀ। ਇਹ ਉਹਨਾਂ ਦੀ ਗਲਤੀ ਹੈ ਇਹ, ਅਸਲ 'ਚ ਜੇ ਸਹੀ ਪੁੱਛੋ, ਕਿਉਂਕਿ ਉਹਨਾਂ ਨੂੰ ਹਮੇਸ਼ਾ ਅੱਜ ਤੱਕ ਜਿੰਨੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਉਹਨਾਂ ਨੂੰ ਅਲੱਗ ਸੁਨੇਹਾ ਹੁੰਦਾ, ਸਾਨੂੰ ਅਲੱਗ ਆਉਂਦਾ। ਉਹ ਸਾਨੂੰ ਇੱਥੇ ਕਹਿੰਦੇ ਵੀ ਦੇਖੋ ਜੀ, ਅਸੀਂ ਤੁਹਾਡੇ ਨਾਲ ਹਾਂ, ਫੈਸਲਾ ਜਿਹੜਾ ਕਰੋਗੇ ਤੁਹਾਡੇ ਨਾਲ ਚੱਲਾਂਗੇ, ਪਰ ਅਸੀਂ ਲਾਗੂ ਕਰਨਾ ਤਾਂ ਸਾਡੀ ਆਪਣੀ ਮਰਜ਼ੀ ਹੋ। ਇਸੇ ਕਰਕੇ ਉਹ ਇੱਕ ਅਲੱਗ ਐਂਟੀਟੀ ਰੱਖ ਕੇ ਉਹ ਚੱਲ ਰਹੇ ਨੇ। ਤੇ ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਨੂੰ ਸੱਦਾ ਨਹੀਂ, ਸਾਨੂੰ ਤਾਂ ਸੱਦਾ ਆਇਆ ਸੀ। 40 ਇਕੱਠੇ ਬੈਠੇ, ਅਸੀਂ ਇਕੱਠੇ ਬਹਿ ਕੇ ਇੱਕ 13 ਮੈਂਬਰੀ ਕਮੇਟੀ ਬਣਾ ਲਈ, ਉਹ ਚਲੀ ਗਈ। ਇੱਥੇ ਇੱਦਾਂ ਕੀ ਹੈ, ਮੀਡੀਆ ਵਾਲਿਆਂ ਨੇ ਇੱਕ ਸਰਕਾਰ ਦੀ ਮਰਜ਼ੀ, ਉਹਨਾਂ ਨੇ ਸ਼ੋਰ ਮਚਾਤਾ ਤਾਂ 13 ਹੀ ਗਏ ਨੇ, ਖਬਰ ਨਹੀਂ ਫੁੱਟ ਪੈ ਗਈ। ਇਦਾਂ ਕੰਮ ਕਰਦੀ ਹੁੰਦੀ ਹੈ ਸਰਕਾਰ। ਕਿਹਾ ਤਾਂ ਸੀ ਇਹਨਾਂ ਨੂੰ 5 ਲਿਆਓ, 10 ਲਿਆਓ, ਘੱਟ ਲਿਆਓ, ਇਹ ਤਾਂ ਕਿਹਾ ਸੀ। ਨਹੀਂ, ਉਹ ਕਿਹਾ ਸੀ, ਪਰ ਇਹਦਾ ਅਸੀਂ ਫੈਸਲਾ ਕਰਕੇ ਗਏ ਆ, ਮੀਡੀਆ ਨੂੰ ਦੱਸ ਕੇ ਗਏ ਆ। ਇਹਦਾ ਮਤਲਬ ਇਹ ਥੋੜ੍ਹਾ ਹੈਗਾ ਵੀ ਇੱਥੇ ਕੋਈ ਫੁੱਟ ਪੈ ਗਈ। ਜਿਹੜੇ 40 ਨੇ ਚੁਣੇ ਉਹ ਬੰਦੇ ਗਏ, ਤੇ ਕੋਈ ਆਪਣੇ ਆਪ ਤਾਂ ਕੋਈ ਗਿਆ ਨਹੀਂ। ਔਰ ਇਸੇ ਤਰ੍ਹਾਂ ਜਦੋਂ ਉੱਥੇ ਗਏ, ਉੱਥੇ ਉਗਰਾਹਾਂ ਹੋਣੀ ਹੈ ਨਹੀਂ ਸੀ। ਤੁਸੀਂ ਪੁਆਇੰਟ ਕੀਤਾ, ਪੁਆਇੰਟ ਆਊਟ ਇਹ ਕਿ ਉਗਰਾਹਾਂ ਨੂੰ ਬੁਲਾਇਆ ਗਿਆ ਜਾਂ ਨਹੀਂ ਬੁਲਾਇਆ? ਨਹੀਂ, ਇਹ ਸਾਡੇ ਕੋਲ ਬਣਦਾ ਨਹੀਂ ਸੀ, ਕਿਉਂਕਿ ਹਮੇਸ਼ਾ ਉਹਨਾਂ ਨੂੰ ਅਲੱਗ ਜਾਂਦੀ ਹੈ ਇਨਵੀਟੇਸ਼ਨ, ਸਾਡੇ ਕਰਕੇ ਨਹੀਂ ਜਾਂਦੀ, ਉਹਨਾਂ ਨੂੰ ਅਲੱਗ ਜਾਂਦੀ ਹੈ। ਹਾਂ, ਇਹ ਠੀਕ ਹੈ ਵੀ ਜਦ ਅਸੀਂ ਉੱਥੇ ਇਕੱਠੇ ਹੁੰਦੇ ਉਹ ਵੀ ਵਿੱਚ ਹੁੰਦੇ ਨੇ, ਜੋ ਅਸੀਂ ਕਹਿੰਦੇ ਉਹ ਫਿਰ ਬੋਲਦੇ ਨਹੀਂ, ਉਹਦੇ ਉੱਤੇ ਹੀ ਫੁੱਲ ਚੜਾਉਂਦੇ ਨੇ।
ਸਰਕਾਰ ਤੇ ਦਬਾਅ ਕਿੰਨਾ ਹੈ ਇਸ ਵੇਲੇ? ਹੈ ਪੂਰੇ ਦਬਾਅ ਹੇਠ ਹੈ ਸਰਕਾਰ। ਦੇਖੋ ਸਰਕਾਰਾਂ ਦੀ ਇੱਕ ਖੂਬੀ ਹੁੰਦੀ ਹੈ, ਜਿਹੜੇ ਸਰਕਾਰ ਚਲਾਉਣ ਵਾਲੇ ਲੋਕ ਨੇ ਉਹਨਾਂ ਨੇ ਚਿਹਰੇ ਤੇ ਨਹੀਂ ਦਬਾਅ ਲਿਆਉਣਾ ਹੁੰਦਾ, ਅੰਦਰੋਂ ਭਾਵੇਂ ਹਿੱਲੇ ਪਏ ਹੋਣ ਚਿਹਰੇ ਤੋਂ ਪੋਜ਼ ਕਰਨਾ ਹੁੰਦਾ ਵੀ ਅਸੀਂ ਬੜੇ ਸਟਰੋਂਗ ਆ। ਤਾਂ ਪਰ ਇਸ ਵਾਰੀ ਤਾਂ ਜਿਹੜਾ ਹੋਮ ਮਿਨਿਸਟਰ ਵੀ ਉਹ ਵੀ ਹਿੱਲਿਆ ਹੋਇਆ ਸੀ। ਲੱਗਦਾ ਕਿ ਬਹੁਤ ਛੇਤੀ ਜਾਂ ਹਜੇ ਹੋਰ ਬਹੁਤ ਲੰਬਾ ਸੰਘਰਸ਼ ਚੱਲ ਸਕਦਾ? ਹਾਂ, ਕੁਝ ਵੀ ਕਹਿ ਸਕਦੇ ਹੋ। ਇਹ ਕੋਈ ਅੰਦੋਲਨ ਜਿਹੜਾ ਇੱਕ ਧਿਰ ਦੇ ਹੱਥ 'ਚ ਨਹੀਂ ਹੁੰਦਾ, ਦੋਨੋਂ ਧਿਰਾਂ ਦੇ ਹੱਥ 'ਚ ਹੁੰਦਾ। ਜਿਹੜੇ ਲੜ ਰਹੇ ਨੇ, ਜਿਨ੍ਹਾਂ ਨੇ ਮੰਗਾਂ ਮੰਨਣੀਆਂ, ਉਹਨਾਂ ਦੇ ਵੀ ਬਸ ਹੈ ਕਿੰਨੀ ਦੇਰ ਉਹ ਚਲਾਉਣਾ ਚਾਹੁੰਦੇ ਨੇ। ਸਾਡੇ ਬਸ ਅਸੀਂ ਇਹਨੂੰ ਕਿਵੇਂ ਕਿੰਨੀ ਦੇਰ ਚਲਾਉਣਾ। ਇੱਕ ਗੱਲ ਅਸੀਂ ਉਹਨਾਂ ਨੂੰ ਬੜੀ ਸਾਫ਼ ਤੇ ਸਪਸ਼ਟ ਕਹਿ ਆਏ ਹਾਂ ਵੀ ਇਹ ਅੰਦੋਲਨ ਪੀਸਫੁਲ ਸੀ, ਪੀਸਫੁਲ ਹੈ, ਪੀਸਫੁਲ ਰਹੇਗਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਸੀਂ ਇਹਨੂੰ ਵਾਇਲੈਂਟ ਨਹੀਂ ਹੋਣ ਦਿੰਦੇ। ਇਹ ਓਪਨਲੀ ਚੈਲੰਜ ਕਰਕੇ ਆਏ ਹੋਮ ਮਿਨਿਸਟਰ। ਜਿਹੜਾ ਅਗਲੇ ਦਾ ਪ੍ਰੋਗਰਾਮ ਦਿੱਤਾ ਹੈ ਤੁਸੀਂ ਕਿ ਟੋਲ ਫ੍ਰੀ ਕਰ ਦੇਣੇ ਨੇ, ਜਾਂ ਦਿੱਲੀ ਜੈਪੁਰ ਹਾਈਵੇ ਬੰਦ ਕਰਨਾ ਹੈ, ਜਾਂ ਜਿਹੜਾ ਜੀਓ ਦਾ ਬਹਿਸ਼ਕਾਰ ਕਰਨਾ ਹੈ, ਉਹਦੇ ਲਈ ਕੀ ਰਣਨੀਤੀ ਹੈਗੀ, ਕਿਵੇਂ ਕਰੋਗੇ? ਹੁਣ ਉਹ ਸਾਰੀਆਂ ਸਟੇਟਾਂ ਦੀ ਡਿਊਟੀ ਲਾ ਦਿੱਤੀ। ਤੁਸੀਂ ਗੱਲ ਸਮਝੋ, ਪੰਜਾਬ 'ਚ ਤਾਂ ਆਲਰੇਡੀ ਅਸੀਂ ਟੋਲ ਪਲਾਜ਼ੇ ਬੰਦ ਕਰ ਲਏ, ਰਿਲਾਇੰਸ ਦੇ ਪੰਪ ਵੀ, ਰਿਲਾਇੰਸ ਦੇ ਸਟੋਰ ਵੀ ਅਸੀਂ ਬੰਦ ਕਰ ਲਏ, ਤੇ ਉਹ ਤੋਂ ਬਾਅਦ ਹਰਿਆਣੇ ਸ਼ੁਰੂ ਹੋਇਆ। ਹੁਣ ਉਹੀ ਤਜਰਬੇ ਨਾਲ ਸਾਰੇ ਦੇਸ਼ ਵਿੱਚ ਜਦੋਂ 8 ਤਰੀਕ ਦਾ ਬੰਦ ਪੂਰੀ ਤਰ੍ਹਾਂ ਸਫਲ ਰਿਹਾ, ਔਰ ਇਹ ਪਹਿਲੀ ਵਾਰੀ ਹੋਇਆ ਹੈ ਬੰਦ ਵਿੱਚ ਕਿਤੇ ਨਾ ਕਿਤੇ ਭੜਕਾਹਟ ਆ ਜਾਂਦੀ ਹੈ। ਇਸ ਵਾਰੀ ਬੰਦ ਸਾਰੇ ਦੇਸ਼ ਵਿੱਚ ਹੋਇਆ ਪੀਸਫੁਲ। ਇਹ ਬਹੁਤ ਵੱਡੀ ਪ੍ਰਾਪਤੀ ਹੈ ਔਰ ਕੰਪਲੀਟ ਹੋਇਆ। ਇਦਾਂ ਕਦੀ ਨਹੀਂ ਹੁੰਦਾ ਵੀ ਕਿਤੇ ਹੋ ਗਿਆ ਕਿਤੇ ਨਹੀਂ ਹੋ ਗਿਆ, ਇਦਾਂ ਹੁੰਦਾ। ਪਰ ਇਸ ਵਾਰੀ 8 ਤਾਰੀਖ ਨੂੰ ਸਾਰਾ ਦੇਸ਼ ਪੂਰੀ ਤਰ੍ਹਾਂ ਕੰਪਲੀਟਲੀ ਬੰਦ ਰਿਹਾ, ਔਰ 5 ਸਟੇਟਾਂ ਦੇ ਚੀਫ ਮਿਨਿਸਟਰ ਨੇ ਸਾਡੇ ਹਮਾਇਤ ਵਿੱਚ ਸਟੇਟਮੈਂਟ ਦਿੱਤੀ। ਇਹਦੇ ਮਾਨੇ ਆ ਕੁਝ। ਰਜੇਵਾਲ ਸਾਹਿਬ, ਜਿਹੜੀ ਅੱਜ ਦੀ ਮੀਟਿੰਗ ਹੈ, ਕਿ ਉਹ ਪ੍ਰਪੋਜ਼ਲ ਤੇ ਵੀ ਦੁਬਾਰਾ ਚਰਚਾ ਹੋ ਸਕਦੀ ਹੈ ਵੀ ਆਹ ਪ੍ਰਪੋਜ਼ਲ ਭੇਜੀ, ਆਪਾਂ ਇਹ ਤੇ ਚਰਚਾ ਕਰੀਏ ਵੀ ਠੀਕ ਨੇ ਪੁਆਇੰਟ? ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਹੁੰਦੇ ਆ, ਅਸੀਂ ਉਹਨਾਂ ਤੇ ਚਰਚਾ ਬਹੁਤ ਧੰਨਵਾਦ। ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਕੀਤੀ ਹੈ। ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਮੀਟਿੰਗ ਕਰ ਰਹੇ ਹਾਂ, ਅੰਦੋਲਨ ਨੂੰ ਅੱਗੇ ਕਿਵੇਂ ਵਧਾਉਣਾ ਹੈ। ਹਾਲਾਂਕਿ ਇਹ ਚਰਚਾ ਜ਼ਰੂਰ ਹੈ ਕਿ ਦੁਬਾਰਾ ਇਨਵਾਈਟ ਜ਼ਰੂਰ ਕੀਤਾ ਗਿਆ ਹੈ, ਵਰਬਲੀ ਜ਼ਰੂਰ ਆਇਆ ਹੈ, ਕੋਈ ਲਿਖਤੀ ਆਊਗਾ ਮੀਟਿੰਗ ਦੇ ਲਈ ਤਾਂ ਦੁਬਾਰਾ ਤੋਂ ਕਿਸਾਨ ਜਥੇਬੰਦੀਆਂ ਵਿਚਾਰ ਕਰਨਗੀਆਂ। ਪਰ ਹੁਣ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਅੱਗੇ ਵਧਾਉਣ ਦੇ ਲਈ ਚਰਚਾ ਲਗਾਤਾਰ ਜਾਰੀ ਹੈ। ਫਿਲਹਾਲ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਰਣਬੀਰ ਸਿੰਘ ਰਾਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨ ਜਥੇਬੰਦੀਆਂ ਮੰਥਨ ਕਰ ਰਹੀਆਂ ਨੇ ਲਗਾਤਾਰ। ਹਾਲਾਂਕਿ ਪ੍ਰਪੋਜ਼ਲ ਆਈ ਸੀਗੀ, ਉਸ ਨੂੰ ਜ਼ਰੂਰ ਰੱਦ ਕੀਤਾ ਗਿਆ, ਅਗਲਾ ਪ੍ਰੋਗਰਾਮ ਵੀ ਤੈਅ ਕੀਤਾ ਗਿਆ ਸੀ। ਇਸ ਵੇਲੇ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਰਾਜੇਵਾਲ ਸਾਹਿਬ, ਜਿਸ ਢੰਗ ਦੇ ਨਾਲ ਪ੍ਰਪੋਜ਼ਲ ਆਈ ਉਸ ਨੂੰ ਰੱਦ ਕੀਤਾ ਗਿਆ, ਇੱਕ ਨਵਾਂ ਪ੍ਰੋਗਰਾਮ ਦਿੱਤਾ ਗਿਆ, ਹੁਣ ਅੱਗੇ ਕੀ ਹੈਗਾ? ਅੱਗੇ ਜਿਹੜਾ ਪ੍ਰੋਗਰਾਮ ਦਿੱਤਾ ਉਹਨੂੰ ਲਾਗੂ ਕਰਾਂਗੇ ਜੀ। ਬਾਕੀ ਚਰਚਾ ਆਪਸ ਵਿੱਚ ਹੀ ਚਰਚਾ ਜਾਰੀ ਰਹੇਗੀ। ਕੋਈ ਇਨਵੀਟੇਸ਼ਨ ਦੁਆਰਾ ਮੀਟਿੰਗ ਦਾ ਆਇਆ ਸਰਕਾਰ ਦੇ ਵੱਲੋਂ? ਨਹੀਂ, ਹਾਲੇ ਕੋਈ ਇਨਵੀਟੇਸ਼ਨ ਨਹੀਂ। ਹਾਲੇ ਕਿਉਂਕਿ ਗੱਲ ਚੱਲ ਰਹੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਕਿ ਉਧਰੋਂ ਜ਼ਰੂਰ ਮੈਸੇਜ ਆ ਰਹੇ ਨੇ। ਹਾਲੇ ਤੇ ਕੋਈ ਨਹੀਂ, ਮੇਰੇ ਕੋਲ ਤਾਂ ਕੋਈ ਮੈਸੇਜ ਨਹੀਂ ਆਇਆ। ਠੀਕ ਹੈ, ਜੇ ਸਰਕਾਰ ਮੈਸੇਜ ਦਿੰਦੀ ਹੈ, ਇਨਵੀਟੇਸ਼ਨ ਦਿੰਦੀ ਹੈ ਮੀਟਿੰਗ ਦੇ ਲਈ? ਦੇਖੋ ਜੀ, ਮੀਟਿੰਗ ਲਈ ਜੇ ਉਹਦੇ ਵਿੱਚ ਕੁਝ ਨਿਕਲਦਾ ਫਿਰ ਤਾਂ ਜਾਵਾਂਗੇ, ਤੇ ਜੇ ਉਹਨਾਂ ਨੇ ਇਦਾਂ ਹੀ ਦੁਬਾਰਾ ਬਹਿਸ ਕਰੋ, ਤੀਜੀ ਵਾਰੀ ਬਹਿਸ ਕਰੋ, ਚੌਥੀ ਵਾਰੀ ਬਹਿਸ ਕਰੋ, ਫਿਰ ਨਹੀਂ। ਜਿਹੜਾ ਕੱਲ ਇੱਕ ਫਾਈਲ ਪ੍ਰਪੋਜ਼ਲ ਦੀ ਭੇਜੀ ਹੈ, ਉਹਦੇ ਪੁਆਇੰਟ ਤੁਹਾਨੂੰ ਲੱਗਦਾ ਕਿ ਸਹੀ ਨੇ? ਕੁਝ ਪੁਆਇੰਟ ਸਹੀ ਨੇ? ਨਹੀਂ, ਸਾਰਾ ਕੁਝ ਪਹਿਲਾਂ ਹੀ ਇਹ ਹੋ ਚੁੱਕਾ ਡਿਸਕਸ। ਪੁਆਇੰਟਸ ਦੀ ਗੱਲ ਨਹੀਂ। ਗੱਲ ਇਹ ਵੀ ਅੱਜ ਅਮੈਂਡਮੈਂਟ ਕਰਕੇ 2 ਸਾਲ ਬਾਅਦ ਫਿਰ ਅਮੈਂਡਮੈਂਟ ਕਰ ਦੇਣਗੇ। ਰਿਪੀਲ ਕਿਉਂ ਨਹੀਂ ਕਰਦੇ? ਜੇ ਉਹ ਸਮਝਦੇ ਆ, ਬਾਕੀ ਉਹ ਮੰਨਦੇ ਆ ਵੀ ਕਾਨੂੰਨ ਗਲਤ ਬਣ ਗਏ, ਇਹ ਅਨਕਨਸਟੀਟਿਊਸ਼ਨਲ ਨੇ, ਵਾਈ ਡੋਂਟ ਦੇ ਰਿਪੀਲ? ਕਿੰਨੀਆਂ ਕੁ ਹੋਰ ਅਮੈਂਡਮੈਂਟਸ ਹੋਰ ਲੱਗਦਾ ਕਿ ਹੋ ਸਕਦੀਆਂ? ਨਹੀਂ, ਅਮੈਂਡਮੈਂਟਸ ਦਾ ਤਾਂ ਸਵਾਲ ਹੀ ਨਹੀਂ। ਅਮੈਂਡਮੈਂਟਸ ਦੀ ਕੋਈ ਗੱਲ ਨਹੀਂ, ਹੁਣ ਤਾਂ ਰਿਪੀਲ ਕਰਨ ਦੀ ਗੱਲ ਹੈ। ਜਿਹੜਾ ਸੱਦਾ ਦਿੱਤਾ ਗਿਆ ਹੈ ਕਿ ਦਿੱਲੀ ਜੈਪੁਰ ਹਾਈਵੇ ਜਾਮ ਕਰਾਂਗੇ, ਉਹ ਕਿਹੜੀ ਜਥੇਬੰਦੀ ਕਰੀਏ? ਇੱਥੋਂ ਜਾਓਗੇ, ਹੋਰ ਪਾਸੇ ਆਉਣਗੇ, ਕੌਣ ਆਊਗਾ? ਨਹੀਂ, ਉਹ ਰਾਜਸਥਾਨ ਵਾਲੇ ਆ ਰਹੇ ਨੇ, ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਕਰ ਰਹੇ। ਰਾਜਸਥਾਨ ਵਾਲੇ ਬੰਦ ਕਰ? ਹਾਂ, ਕਿਉਂਕਿ ਹੁਣ ਤੱਕ ਉੱਥੇ ਇਲੈਕਸ਼ਨ ਸੀ, ਇਲੈਕਸ਼ਨ ਦਾ ਰਿਜ਼ਲਟਸ ਵਗੈਰਾ ਆ ਗਏ। ਹੁਣ ਉਹ ਲੱਗਦਾ ਕਿ ਵੱਡੀ ਗਿਣਤੀ ਚਾਹੀਦੀ ਹੈ ਕਿਉਂਕਿ ਉਹ ਵੱਡਾ ਹਾਈਵੇ ਹੈ। ਵੱਡੀ ਗਿਣਤੀ ਚ ਆਉਣਗੇ, ਸਾਰੇ ਕਰ ਲੈਣਗੇ, ਕੋਈ ਪ੍ਰੋਬਲਮ ਨਹੀਂ। ਕੱਲ ਡਿਊਟੀਆਂ ਲਾਤੀਆਂ, ਸਭ ਨੇ ਉਹ ਆਪਣੀ ਜ਼ਿੰਮੇਵਾਰੀ ਲੈ ਲਈ, ਹੋ ਜਾਏਗਾ 2-3 ਦਿਨਾਂ ਦੇ ਵਿੱਚ ਉਹ ਵੀ ਬੰਦ। ਅੱਜ ਦੀ ਜਿਹੜੀ ਮੀਟਿੰਗ ਹੋ ਰਹੀ ਹੈ, ਕੀ ਖਾਸ ਏਜੰਡਾ ਤੁਹਾਡਾ ਆਪਣੀ ਮੀਟਿੰਗ ਦਾ? ਏਜੰਡਾ ਅੰਦੋਲਨ ਹੀ ਹੈ ਸਾਡਾ ਏਜੰਡਾ। ਹਰ ਰੋਜ਼ ਇਹਦੇ ਤੇ ਡਿਬੇਟ ਹੁੰਦੀ ਹੈ। ਅਸੀਂ ਸਾਰੇ ਆਪੋ ਆਪਣੀ ਬੈਠ ਕੇ ਇੱਕ ਗੱਲ ਦੱਸਾਂ ਤੁਹਾਨੂੰ ਪੱਕੀ, ਅਸੀਂ 40 ਜਦੋਂ ਬਹਿਨੇ ਆ ਨਾ, ਪੂਰੀ ਬਾਲ ਦੀ ਖੱਲ ਲਾਉਨੇ ਆ। ਐਵੇਂ ਨਹੀਂ ਇਹ ਅੰਦੋਲਨ ਚੱਲ ਰਿਹਾ, ਔਰ ਉਹਦੇ ਚ ਜੋ ਨਤੀਜਾ ਨਿਕਲਦਾ ਫਿਰ ਸਾਰੇ ਇੱਕ ਸੁਰ ਹੋ ਕੇ ਉਹਨੂੰ ਪੈ ਨਿਕਲਦੇ ਆ। ਸਰਕਾਰ ਦੀ ਇਹੀ ਤੇ ਫਿਰ ਸਟੇਜ ਤੋਂ ਵਾਰ-ਵਾਰ ਤੁਹਾਡੀ ਸਪੀਚਸ ਆ ਰਹੀਆਂ ਨੇ ਲੋਕਾਂ ਤੱਕ, ਤੁਸੀਂ ਬਹੁਤ ਅਪੀਲ ਵੀ ਕੀਤੀ, ਹੱਥ ਵੀ ਜੋੜ ਕੇ ਬੇਨਤੀਆਂ ਵੀ ਕਰ ਰਹੇ ਹੋ। ਬਹੁਤ ਕਿਉਂ ਲੱਗਦਾ ਤੁਹਾਨੂੰ ਕਿ ਇਹ ਬਹੁਤ ਜ਼ਰੂਰੀ ਹੈ ਜਿਹੜੀ ਤੁਸੀਂ ਅਪੀਲ ਕਰ ਰਹੇ? ਅਸਲ 'ਚ ਗੱਲ ਇਹ ਹੈ ਵੀ ਇਸ ਵੇਲੇ ਨਾ ਭਾਰਤ ਸਰਕਾਰ, ਉਹਦੀਆਂ ਏਜੰਸੀਜ਼, ਉਹਦਾ IT ਸੈੱਲ ਬਹੁਤ ਜ਼ਿਆਦਾ ਐਕਟਿਵ ਹੋ ਗਿਆ। ਉਹ IT ਸੈੱਲ ਨੂੰ ਕਰੋੜਾਂ ਰੁਪਈਆ ਸਰਕਾਰ ਖਰਚਦੀ ਹੈ। ਉਹਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ
ਲੀਡਰਸ਼ਿਪ ਨੂੰ ਬਦਨਾਮ ਕੀਤਾ ਜਾ ਸਕਦਾ ਹੈ, ਕਿਸੇ ਤਰ੍ਹਾਂ ਲੋਕਾਂ 'ਚ ਭੁਲੇਖੇ ਪੈਦਾ ਕੀਤੇ ਜਾ ਸਕਦੇ ਨੇ, ਕਿਸੇ ਤਰ੍ਹਾਂ ਇਹਨਾਂ ਦੇ ਵਿੱਚ ਵੜ ਕੇ ਕੋਈ ਪਾੜ ਲਾਇਆ ਜਾ ਸਕਦਾ ਹੈ। ਉਹ ਤੋਂ ਭਾਵੇਂ ਅਸੀਂ ਲੀਡਰਸ਼ਿਪ ਸਾਰੀ ਚੌਕਸ ਹੈ, ਲੋਕਾਂ ਨੂੰ ਚੌਕਸ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਸੀ, ਉਹ ਮੈਂ ਦੱਸਿਆ। ਰਾਤ ਅਨਾਉਂਸਮੈਂਟ ਹੋ ਗਈ ਕਿ ਕੋਈ ਹਲਚਲ ਹੋ ਸਕਦੀ ਹੈ, ਇਸ ਤਰ੍ਹਾਂ ਇੱਕ ਮੰਚ ਤੋਂ ਵੀ ਹੋਗੀ ਰਾਤ ਨੂੰ, ਤੇ ਮੈਂ ਦੇਖਿਆ ਟਰਾਲੀਆਂ ਤੋਂ ਵੀ ਹੋਈ ਹੈ ਕਿ ਚੌਕਸ ਰਹੋ, ਕੋਈ ਅੱਜ ਗੜਬੜ ਹੋ ਸਕਦੀ ਹੈ। ਇਸ ਢੰਗ ਦੀ ਸਟੇਟਮੈਂਟ, ਇਸ ਢੰਗ ਦੀ ਜੇ ਮੰਚ ਤੋਂ ਇਹ ਅਪੀਲ ਆਉਂਦੀ ਹੈ, ਅਨਾਉਂਸਮੈਂਟ ਹੁੰਦੀ ਹੈ, ਕਿ ਉਹ ਸਹੀ ਸੀਗਾ ਗਲਤ ਸੀਗਾ? ਅਸਲ 'ਚ ਸਾਡੀ ਜਿਹੜੀ ਸਟੇਟ ਆ ਆਫੀਸ਼ੀਅਲੀ ਉਹ 11 ਤੋਂ 5 ਵਜੇ ਤੱਕ ਚੱਲਦੀ ਹੈ। ਉਹਦੇ ਬਾਅਦ ਕਈ ਲੋਕ ਉੱਦਾਂ ਆ ਜਾਂਦੇ ਨੇ, ਉਹ ਆ ਕੇ ਮਾਈਕ ਹੈਗਾ ਚੱਕ ਕੇ ਬੋਲ ਦਿੰਦੇ ਨੇ, ਤੇ ਅਸੀਂ ਉਹ ਸਾਡੇ ਨੋਟਿਸ 'ਚ ਆ ਗਿਆ, ਅੱਜ ਉਹ ਵੀ ਬੰਦ ਕਰ ਦਾਂਗੇ। ਜਿਹੜੀ ਇਸ ਤਰ੍ਹਾਂ ਅਪੀਲ ਕਰਨੀ, ਲੋਕਾਂ 'ਚ ਪੈਨਿਕ ਹੁੰਦਾ ਨਾ, ਇਹ ਅਸੀਂ ਨਹੀਂ ਇਹਨੂੰ ਟੋਲਰੇਟ ਕਰਦੇ, ਅੱਜ ਇਹ ਵੀ ਬੰਦ ਕਰ ਦਾਂਗੇ ਅਸੀਂ। ਠੀਕ ਹੈ। ਜਿਸ ਢੰਗ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੈ, ਉਹ ਤੁਹਾਡੇ ਨਾਲ ਹੈ, ਤਾਲਮੇਲ 'ਚ ਹੈ, ਕਿਉਂਕਿ ਉਸ ਦਿਨ ਉਹਨਾਂ ਨੇ ਥੋੜਾ ਜਿਹਾ ਰੋਸਾ ਜ਼ਾਹਿਰ ਕੀਤਾ ਜੋਗਿੰਦਰ ਸਿੰਘ ਉਗਰਾਹਾਂ ਨੇ, ਕਹਿੰਦੇ ਸਾਨੂੰ ਦੱਸਿਆ ਨਹੀਂ, ਜਿਹੜੇ 13 ਬੰਦੇ ਗਏ ਸਾਨੂੰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਨਹੀਂ ਜਾਣਾ ਚਾਹੀਦਾ ਸੀ। ਇਹ ਉਹਨਾਂ ਦੀ ਗਲਤੀ ਹੈ ਇਹ, ਅਸਲ 'ਚ ਜੇ ਸਹੀ ਪੁੱਛੋ, ਕਿਉਂਕਿ ਉਹਨਾਂ ਨੂੰ ਹਮੇਸ਼ਾ ਅੱਜ ਤੱਕ ਜਿੰਨੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਉਹਨਾਂ ਨੂੰ ਅਲੱਗ ਸੁਨੇਹਾ ਹੁੰਦਾ, ਸਾਨੂੰ ਅਲੱਗ ਆਉਂਦਾ। ਉਹ ਸਾਨੂੰ ਇੱਥੇ ਕਹਿੰਦੇ ਵੀ ਦੇਖੋ ਜੀ ਅਸੀਂ ਤੁਹਾਡੇ ਨਾਲ ਹਾਂ, ਫੈਸਲਾ ਜਿਹੜਾ ਕਰੋਗੇ ਤੁਹਾਡੇ ਨਾਲ ਚੱਲਾਂਗੇ, ਪਰ ਅਸੀਂ ਲਾਗੂ ਕਰਨਾ ਤਾਂ ਸਾਡੀ ਆਪਣੀ ਮਰਜ਼ੀ ਹੋਊ। ਤੋ ਇਸੇ ਕਰਕੇ ਉਹ ਇੱਕ ਅਲੱਗ ਐਂਟੀਟੀ ਰੱਖ ਕੇ ਉਹ ਚੱਲ ਰਹੇ ਨੇ। ਤੇ ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਨੂੰ ਸੱਦਾ ਨਹੀਂ, ਸਾਨੂੰ ਤਾਂ ਸੱਦਾ ਆਇਆ, ਅਸੀਂ 40 ਇਕੱਠੇ ਬੈਠੇ, ਅਸੀਂ ਇਕੱਠੇ ਬਹਿ ਕੇ ਇੱਕ 13 ਮੈਂਬਰੀ ਕਮੇਟੀ ਬਣਾ ਲਈ, ਉਹ ਚਲੀ ਗਈ। ਇੱਥੇ ਇਦਾਂ ਕੀ ਹੈ, ਮੀਡੀਆ ਵਾਲਿਆਂ ਨੇ ਇੱਕ ਸਰਕਾਰ ਦੀ ਮਰਜ਼ੀ, ਉਹਨਾਂ ਨੇ ਸ਼ੋਰ ਮਚਾਤਾ ਤੇ 13 ਹੀ ਗਏ ਨੇ, ਖਬਰ ਨਹੀਂ ਫੁੱਟ ਪੈ ਗਈ। ਇਦਾਂ ਕੰਮ ਕਰਦੀ ਹੁੰਦੀ ਹੈ ਸਰਕਾਰ। ਕਿਹਾ ਤਾਂ ਸੀ ਨਾ ਉਹਨੇ 5 ਲਿਆਓ, 10 ਲਿਆਓ, ਘੱਟ ਲਿਆਓ, ਇਹ ਤਾਂ ਕਿਹਾ ਸੀ। ਨਹੀਂ, ਉਹ ਕਿਹਾ ਸੀ, ਪਰ ਇਹਦਾ ਅਸੀਂ ਫੈਸਲਾ ਕਰਕੇ ਗਏ ਆ, ਮੀਡੀਆ ਨੂੰ ਦੱਸ ਕੇ ਗਏ ਆ। ਇਹਦਾ ਮਤਲਬ ਇਹ ਥੋੜ੍ਹਾ ਹੈਗਾ ਵੀ ਇੱਥੇ ਕੋਈ ਫੁੱਟ ਪੈ ਗਈ। ਜਿਹੜੇ 40 ਨੇ ਚੁਣੇ ਉਹ ਬੰਦੇ ਗਏ, ਤੇ ਕੋਈ ਆਪਣੇ ਆਪ ਤਾਂ ਕੋਈ ਗਿਆ ਨਹੀਂ। ਔਰ ਇਸੇ ਤਰ੍ਹਾਂ ਜਦੋਂ ਉੱਥੇ ਗਏ, ਉੱਥੇ ਉਗਰਾਹਾਂ ਹੋਣੀ ਹੈ ਨਹੀਂ ਸੀ। ਤੁਸੀਂ ਪੁਆਇੰਟ ਕੀਤਾ, ਪੁਆਇੰਟ ਆਊਟ ਇਹ ਕਿ ਉਗਰਾਹਾਂ ਨੂੰ ਬੁਲਾਇਆ ਗਿਆ ਜਾਂ ਨਹੀਂ ਬੁਲਾਇਆ? ਨਹੀਂ, ਇਹ ਸਾਡੇ ਬਣਦਾ ਨਹੀਂ ਸੀ, ਕਿਉਂਕਿ ਹਮੇਸ਼ਾ ਉਹਨਾਂ ਨੂੰ ਅਲੱਗ ਜਾਂਦੀ ਹੈ ਇਨਵੀਟੇਸ਼ਨ, ਸਾਡੇ ਕਰਕੇ ਨਹੀਂ ਜਾਂਦੀ, ਉਹਨਾਂ ਨੂੰ ਅਲੱਗ ਜਾਂਦੀ ਹੈ। ਹਾਂ, ਇਹ ਠੀਕ ਹੈ ਵੀ ਜਦ ਅਸੀਂ ਉੱਥੇ ਇਕੱਠੇ ਹੁੰਦੇ ਉਹ ਵੀ ਵਿੱਚ ਹੁੰਦੇ ਨੇ, ਜੋ ਅਸੀਂ ਕਹਿੰਦੇ ਉਹ ਫਿਰ ਬੋਲਦੇ ਨਹੀਂ, ਉਹਦੇ ਉੱਤੇ ਹੀ ਫੁੱਲ ਚੜਾਉਂਦੇ ਨੇ। ਸਰਕਾਰ ਤੇ ਦਬਾਅ ਕਿੰਨਾ ਹੈ ਇਸ ਵੇਲੇ? ਹੈ ਪੂਰੇ ਦਬਾਅ ਹੇਠ ਹੈ ਸਰਕਾਰ। ਦੇਖੋ, ਸਰਕਾਰਾਂ ਦੀ ਇੱਕ ਖੂਬੀ ਹੁੰਦੀ ਹੈ, ਜਿਹੜੇ ਸਰਕਾਰ ਚਲਾਉਣ ਵਾਲੇ ਲੋਕ ਨੇ, ਉਹਨਾਂ ਨੇ ਚਿਹਰੇ ਤੇ ਨਹੀਂ ਦਬਾਅ ਲਿਆਉਣਾ ਹੁੰਦਾ, ਅੰਦਰੋਂ ਭਾਵੇਂ ਹਿੱਲੇ ਪਏ ਹੋਣ, ਚਿਹਰੇ ਤੋਂ ਪੋਜ਼ ਕਰਨਾ ਹੁੰਦਾ ਵੀ ਅਸੀਂ ਬੜੇ ਸਟਰੋਂਗ ਹਾਂ। ਪਰ ਇਸ ਵਾਰੀ ਤਾਂ ਜਿਹੜਾ ਹੋਮ ਮਿਨਿਸਟਰ ਵੀ ਉਹ ਵੀ ਹਿੱਲਿਆ ਹੋਇਆ ਸੀ। ਲੱਗਦਾ ਕਿ ਬਹੁਤ ਛੇਤੀ ਜਾਂ ਹਜੇ ਹੋਰ ਬਹੁਤ ਲੰਬਾ ਸੰਘਰਸ਼ ਚੱਲ ਸਕਦਾ? ਹਾਂ, ਕੁਝ ਵੀ ਕਹਿ ਸਕਦੇ ਹੋ। ਇਹ ਕੋਈ ਅੰਦੋਲਨ ਜਿਹੜਾ ਇੱਕ ਧਿਰ ਦੇ ਹੱਥ 'ਚ ਨਹੀਂ ਹੁੰਦਾ, ਦੋਨੋਂ ਧਿਰਾਂ ਦੇ ਹੱਥ 'ਚ ਹੁੰਦਾ। ਜਿਹੜੇ ਲੜ ਰਹੇ ਨੇ, ਜਿਨ੍ਹਾਂ ਨੇ ਮੰਗਾਂ ਮੰਨਣੀਆਂ, ਉਹਨਾਂ ਦੇ ਵੀ ਬਸ ਹੈ ਕਿੰਨੀ ਦੇਰ ਉਹ ਚਲਾਉਣਾ ਚਾਹੁੰਦੇ ਨੇ, ਸਾਡੇ ਬਸ ਅਸੀਂ ਇਹਨੂੰ ਕਿੰਨੀ ਦੇਰ ਚਲਾਉਣਾ। ਇੱਕ ਗੱਲ ਅਸੀਂ ਉਹਨਾਂ ਨੂੰ ਬੜੀ ਸਾਫ਼ ਤੇ ਸਪਸ਼ਟ ਕਹਿ ਆਏ ਹਾਂ, ਇਹ ਅੰਦੋਲਨ ਪੀਸਫੁਲ ਸੀ, ਪੀਸਫੁਲ ਹੈ, ਪੀਸਫੁਲ ਰਹੇਗਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਸੀਂ ਇਹਨੂੰ ਵਾਇਲੈਂਟ ਨਹੀਂ ਹੋਣ ਦਿੰਦੇ। ਇਹ ਓਪਨਲੀ ਚੈਲੰਜ ਕਰਕੇ ਆਏ ਹੋਮ ਮਿਨਿਸਟਰ। ਜਿਹੜਾ ਅਗਲੇ ਦਾ ਪ੍ਰੋਗਰਾਮ ਦਿੱਤਾ ਹੈ ਤੁਸੀਂ ਕਿ ਟੋਲ ਫ੍ਰੀ ਕਰ ਦੇਣੇ ਨੇ, ਜਾਂ ਦਿੱਲੀ ਜੈਪੁਰ ਹਾਈਵੇ ਬੰਦ ਕਰਨਾ ਹੈ, ਜਾਂ ਜਿਹੜਾ ਜੀਓ ਦਾ ਬਹਿਸ਼ਕਾਰ ਕਰਨਾ ਹੈ, ਉਹਦੇ ਲਈ ਕੀ ਰਣਨੀਤੀ ਹੈਗੀ, ਕਿਵੇਂ ਕਰੋਗੇ? ਉਹ ਸਾਰੀਆਂ ਸਟੇਟਾਂ ਦੀ ਡਿਊਟੀ ਲਾ ਦਿੱਤੀ। ਤੁਸੀਂ ਗੱਲ ਸਮਝੋ, ਪੰਜਾਬ 'ਚ ਤਾਂ ਆਲਰੇਡੀ ਅਸੀਂ ਟੋਲ ਪਲਾਜ਼ੇ ਬੰਦ ਕਰ ਲਏ, ਰਿਲਾਇੰਸ ਦੇ ਪੰਪ ਵੀ, ਰਿਲਾਇੰਸ ਦੇ ਸਟੋਰ ਵੀ ਅਸੀਂ ਬੰਦ ਕਰ ਲਏ, ਤੇ ਉਹ ਤੋਂ ਬਾਅਦ ਹਰਿਆਣੇ ਸ਼ੁਰੂ ਹੋਇਆ। ਹੁਣ ਉਹੀ ਤਜਰਬੇ ਨਾਲ ਸਾਰੇ ਦੇਸ਼ ਵਿੱਚ ਜਦੋਂ 8 ਤਰੀਕ ਦਾ ਬੰਦ ਪੂਰੀ ਤਰ੍ਹਾਂ ਸਫਲ ਰਿਹਾ, ਔਰ ਇਹ ਪਹਿਲੀ ਵਾਰੀ ਹੋਇਆ ਹੈ ਬੰਦ ਵਿੱਚ ਕਿਤੇ ਨਾ ਕਿਤੇ ਭੜਕਾਹਟ ਆ ਜਾਂਦੀ ਹੈ। ਇਸ ਵਾਰੀ ਬੰਦ ਸਾਰੇ ਦੇਸ਼ ਵਿੱਚ ਹੋਇਆ ਪੀਸਫੁਲ। ਇਹ ਬਹੁਤ ਵੱਡੀ ਪ੍ਰਾਪਤੀ ਹੈ, ਔਰ ਕੰਪਲੀਟ ਹੋਇਆ। ਇਦਾਂ ਕਦੀ ਨਹੀਂ ਹੁੰਦਾ ਵੀ ਕਿਤੇ ਹੋ ਗਿਆ ਕਿਤੇ ਨਹੀਂ ਹੋ ਗਿਆ, ਇਦਾਂ ਹੁੰਦਾ। ਪਰ ਇਸ ਵਾਰੀ 8 ਤਾਰੀਖ ਨੂੰ ਸਾਰਾ ਦੇਸ਼ ਪੂਰੀ ਤਰ੍ਹਾਂ ਕੰਪਲੀਟਲੀ ਬੰਦ ਰਿਹਾ, ਔਰ 5 ਸਟੇਟਾਂ ਦੇ ਚੀਫ ਮਿਨਿਸਟਰ ਨੇ ਸਾਡੇ ਹਮਾਇਤ ਵਿੱਚ ਸਟੇਟਮੈਂਟ ਦਿੱਤੀ। ਇਹਦੇ ਮਾਨੇ ਆ ਕੁਝ। ਰਜੇਵਾਲ ਸਾਹਿਬ, ਜਿਹੜੀ ਅੱਜ ਦੀ ਮੀਟਿੰਗ ਹੈ, ਕੀ ਉਹ ਪ੍ਰਪੋਜ਼ਲ ਤੇ ਵੀ ਦੁਬਾਰਾ ਚਰਚਾ ਹੋ ਸਕਦੀ ਹੈ ਵੀ ਆਹ ਪ੍ਰਪੋਜ਼ਲ ਭੇਜੀ, ਆਪਾਂ ਇਹ ਤੇ ਚਰਚਾ ਕਰੀਏ ਵੀ ਠੀਕ ਨੇ ਪੁਆਇੰਟ? ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਹੁੰਦੇ ਆ, ਅਸੀਂ ਉਹਨਾਂ ਤੇ ਚਰਚਾ। ਬਹੁਤ ਧੰਨਵਾਦ। ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਕੀਤੀ ਹੈ। ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਮੀਟਿੰਗ ਕਰ ਰਹੇ ਹਾਂ, ਅੰਦੋਲਨ ਨੂੰ ਅੱਗੇ ਕਿਵੇਂ ਵਧਾਉਣਾ ਹੈ। ਹਾਲਾਂਕਿ ਇਹ ਚਰਚਾ ਜ਼ਰੂਰ ਹੈ ਕਿ ਦੁਬਾਰਾ ਇਨਵਾਈਟ ਜ਼ਰੂਰ ਕੀਤਾ ਗਿਆ ਹੈ, ਵਰਬਲੀ ਜ਼ਰੂਰ ਆਇਆ ਹੈ, ਕੋਈ ਲਿਖਤੀ ਆਊਗਾ ਮੀਟਿੰਗ ਦੇ ਲਈ ਤਾਂ ਦੁਬਾਰਾ ਤੋਂ ਕਿਸਾਨ ਜਥੇਬੰਦੀਆਂ ਵਿਚਾਰ ਕਰਨਗੀਆਂ। ਪਰ ਹੁਣ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਅੱਗੇ ਵਧਾਉਣ ਦੇ ਲਈ